बाज न कोई। पहला पानी जियो है जित हरिया सब कोई। सूतक क्यों कर रखिए सूतक पवै सोए। नानक सूतक एव न उतरै ज्ञान उतारे तोए। वाहिगुरु जी का खालसा वाहिगुरु जी की फतेह। जुगह जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੇ ਮੁਬਾਰਕ ਚਰਨ ਸ਼ਰਨ ਦੇ ਵਿੱਚ ਸ਼ਾਮਾਂ ਸੰਧਿਆ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੀ ਪ੍ਰਾਰੰਭਤਾ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਦੇ ਨਾਲ ਹੋ ਰਹੀ ਹੈ। ਤੋ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅਨੁਸਾਰ ਪਿਛਲੇ ਦਿਨੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਸਾ ਕੀ ਵਾਰ ਦੇ ਵਿਚਾਰ ਪ੍ਰਾਰੰਭ ਕੀਤੀ ਗਈ ਹੈ। ਤੋ ਅੱਜ ਦੇ ਵਿਚਾਰ ਜੋ ਆਪ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ ਆਸਾ ਕੀ ਵਾਰ ਦੀ ਪੌੜੀ ਨੰਬਰ 18 ਅਤੇ 19। ਇਹਨਾਂ ਪੌੜੀਆਂ ਦੇ ਨਾਲ ਜੋ ਸ਼ਲੋਕ ਦਰਜ ਹਨ ਇਹਨਾਂ ਸ਼ਲੋਕਾਂ ਦੀ ਵਿਚਾਰ ਵੀ ਕੀਤੀ ਜਾਵੇਗੀ। ਸੋ 18 ਨੰਬਰ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਉਸ ਤੋਂ ਅੱਜ ਦੇ ਵਿਚਾਰ ਪ੍ਰਾਰੰਭ ਕਰਦੇ ਹਾਂ। ਸਮੂਹ ਸੰਗਤ ਮਾਈ ਭਾਈ ਦੂਰ ਨੇੜੇ ਜਿੱਥੇ ਵੀ ਕੋਈ ਗੁਰੂ ਕੇ ਪਿਆਰ ਵਾਲਾ ਗੁਰੂ ਦੇ ਸ਼ਬਦ ਨਾਲ ਬਾਣੀ ਨਾਲ ਜੁੜਿਆ ਹੈ ਸਾਰੇ ਹੀ ਆਪਣੀ ਰਸਨਾ ਨੂੰ ਪਵਿੱਤਰ ਕਰੋ। ਸੁਰਤ ਬਿਰਤੀ ਦੀ ਇਕਾਗਰਤਾ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀਓ, ਅੱਜ ਦੇ ਅੰਮ੍ਰਿਤ ਬਚਨਾਂ ਦੇ ਵਿੱਚ ਗ੍ਰੀਨ ਨਵਾਜ ਪਹਿਲੇ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੇ ਵਿੱਚ ਜਿਹੜੇ ਵਹਿਮ ਭਰਮਾਂ ਦਾ ਖੰਡਨ ਕੀਤਾ ਹੈ ਉਸੇ ਲੜੀ ਨੂੰ ਅੱਗੇ ਚਲਾਉਂਦੇ ਹੋਏ ਸਤਿਗੁਰੂ ਜੀ ਨੇ ਸੂਤਕ ਅਤੇ ਪਾਤਕ ਦੇ ਭਰਮ ਨੂੰ ਖੰਡਨ ਕੀਤਾ ਹੈ। ਸੂਤਕ ਕਿਸ ਨੂੰ ਕਹਿੰਦੇ ਹਨ? ਸੂਤਕ ਇਹ ਸ਼ਬਦ ਕੁਝ ਹੱਦ ਤੱਕ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਕਿਸੇ ਵੀ ਘਰ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਕੁਝ ਦਿਨਾਂ ਦੇ ਲਈ ਕੁਝ ਸਮੇਂ ਦੇ ਲਈ ਉਸ ਘਰ ਨੂੰ ਉੱਥੋਂ ਦੇ ਖਾਣ ਪੀਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਜਾਂ ਕਿਸੇ ਦੇ ਘਰ ਦੇ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤਦੋਂ ਵੀ ਕੁਝ ਦਿਨਾਂ ਦੇ ਲਈ ਉਸ ਘਰ ਦੇ ਵਿੱਚ ਖਾਣ ਪੀਣ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਉਹਦਾ ਕਾਰਨ ਕੀ ਹੈ? ਜੇ ਤੇ ਇਸ ਨੂੰ ਦਲੀਲ ਦੇ ਪੱਖ ਤੋਂ ਲਿਆ ਜਾਵੇ ਤਾਂ ਇਹਦਾ ਕਾਰਨ ਇਹ ਹੈ ਵੀ ਜਿਸ ਘਰ ਦੇ ਵਿੱਚ ਜਨਮ ਹੋਇਆ ਹੈ ਬਹੁਤੇ ਲੋਕੀ ਜਾਣਗੇ ਆਉਣਗੇ, ਕਿਸੇ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ ਬੱਚੇ ਨੂੰ ਜਾਂ ਮਾਤਾ ਨੂੰ, ਤਾਂ ਕੁਝ ਇੱਕ ਦਿਨ ਪਰਹੇਜ਼ ਕੀਤਾ ਜਾਂਦਾ ਹੈ। ਜਦੋਂ ਕਿਸੇ ਦੇ ਘਰ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤਾਂ ਉਸ ਵੇਲੇ ਵੀ ਜਿਸ ਦੇ ਘਰ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਜੇਕਰ ਸਾਰੇ ਜਾ ਕੇ ਉਹਦੇ ਘਰ ਵਿੱਚ ਰੋਟੀ ਪਾਣੀ ਖਾਣ ਪੀਣ ਦੇ ਆਹਰ ਵਿੱਚ ਲੱਗੇ ਰਹਿਣਗੇ, ਅਚਾਨਕ ਹੀ ਕਿਸੇ ਪਰਿਵਾਰ 'ਤੇ ਇੱਕ ਤੇ ਉਸ ਤਰ੍ਹਾਂ ਦੁੱਖ ਆਇਆ ਤੇ ਦੂਜਾ ਉਸ ਵੇਲੇ ਸਮਾਨ ਦਾ ਅਰੇਂਜਮੈਂਟ ਕਰਨਾ, ਲੋੜ ਪੂਰੀ ਕਰਨ ਦੇ ਲਈ ਪਰਿਵਾਰ ਜ਼ਿਆਦਾ ਬੌਂਦਲ ਜਾਂਦਾ ਹੈ, ਦੁੱਖ ਵਿੱਚ ਆ ਜਾਂਦਾ ਹੈ। ਤਾਂ ਇਹ ਸਮੇਂ ਨੂੰ ਵਿਚਾਰ ਕੇ ਆਪਣੇ ਆਪ ਘੱਟ ਜਾਂ ਵੱਧ ਗਿਣਤੀ ਵਿੱਚ ਜਾਣ ਦਾ ਹਿਸਾਬ ਕਿਤਾਬ ਰੱਖਣ ਦੇ ਲਈ ਜੇ ਤਾਂ ਇਸ ਨੁਕਤੇ ਤੋਂ ਦੇਖਿਆ ਜਾਏ ਕੁਝ ਹੱਦ ਤੱਕ ਫਿਰ ਇਸ ਚੀਜ਼ ਨੂੰ ਜ਼ਰੂਰ ਕਾਮਨ ਸੈਂਸ ਤੋਂ ਕੰਮ ਲੈਂਦੇ ਹੋਏ ਵਿਚਾਰਨਾ ਚਾਹੀਦਾ। ਪਰ ਆਪਣੇ ਦੇਸ਼ ਭਾਰਤ ਦੇ ਵਿੱਚ ਕੀ ਹੋਇਆ, ਬੱਚੇ ਦੇ ਜਨਮ ਨੂੰ ਤੇ ਕਿਸੇ ਦੇ ਵੀ ਚੜ੍ਹਾਈ ਕਰਨ ਨੂੰ ਧਾਰਮਿਕ ਕਹਾਉਣ ਵਾਲੇ ਕੁਝ ਲੋਕਾਂ ਨੇ ਕੁਝ ਖਾਸ ਵਹਿਮਾਂ ਤੇ ਭਰਮਾਂ ਨਾਲ ਜੋੜਿਆ। ਕੇਵਲ ਵਹਿਮ ਭਰਮ ਨਾਲ ਹੀ ਨਹੀਂ ਛੋੜਿਆ ਬਲਕਿ ਉਹਨੂੰ ਜਾਤਾਂ ਦੇ ਨਾਲ ਵੀ ਜੋੜ ਦਿੱਤਾ, ਵਰਨਾਂ ਦੇ ਨਾਲ ਜੋੜਿਆ, ਜਾਤਾਂ ਨਾਲ ਜੋੜਿਆ। ਤੇ ਇੱਕ ਗੱਲ ਕਹੀ ਵੀ ਜਦੋਂ ਕਿਸੇ ਦੇ ਘਰ ਵਿੱਚ ਕਿਸੇ ਦਾ ਵੀ ਜਨਮ ਹੁੰਦਾ ਹੈ ਜਾਂ ਮੌਤ ਹੁੰਦੀ ਹੈ ਉਹਦਾ ਘਰ ਅਸ਼ੁੱਧ ਹੋ ਜਾਂਦਾ ਹੈ। ਅਸ਼ੁੱਧ ਕਹੀਏ ਅਪਵਿੱਤਰ ਹੋ ਜਾਣਾ, ਇੰਪਿਓਰ ਰਹਿਣਾ। ਤੋ ਇਸ ਅਪਵਿੱਤਰਤਾ ਦੇ ਕਰਕੇ ਕਹਿੰਦੇ ਉਹਦੇ ਘਰ ਦਾ ਕੁਝ ਖਾਣਾ ਨਹੀਂ, ਤੋ ਇੱਕ ਵਹਿਮ ਬਣ ਗਿਆ ਹੈ। ਤੇ ਇਹਦੇ ਨਾਲ ਕੇਵਲ ਇੱਥੇ ਬਸ ਨਹੀਂ ਸੀ ਬਲਕਿ ਇਹ ਅਪਵਿੱਤਰਤਾ ਕਿੰਨੇ ਦਿਨ ਰਹਿੰਦੀ ਹੈ, ਕਿੰਨੇ ਦਿਨ ਉਹਦੇ ਘਰ ਦਾ ਨਹੀਂ ਖਾਣਾ।
ਤਾਂ ਇਹਦੇ ਲਈ ਵਰਨਾਂ ਦੇ ਵਿੱਚ ਵੰਡ ਦੱਸੀ ਗਈ ਵੀ ਜੇਕਰ ਬ੍ਰਾਹਮਣ ਦੇ ਘਰ ਜਨਮ ਹੁੰਦਾ ਹੈ ਤਾਂ ਉਹਦੇ ਘਰ 10 ਦਿਨਾਂ ਤੱਕ ਇਹ ਪਵਿੱਤਰਤਾ ਰਹੇਗੀ, ਖੱਤਰੀ ਦੇ ਘਰ ਹੁੰਦਾ ਉਹਦੇ ਘਰ 15 ਦਿਨਾਂ ਤੱਕ ਰਹੇਗੀ। ਭਾਵ ਇਸ ਦੇ ਵਿੱਚ ਵੀ ਵਰਨ ਨੂੰ ਲਿਆ ਕੇ ਜਿਹੜਾ ਲੋਕਾਂ ਨੂੰ ਵੰਡਿਆ ਹੋਇਆ ਸੀ ਉਹ ਵਰਨ ਵੰਡ ਨੂੰ ਵਿੱਚ ਪਾ ਦਿੱਤਾ। ਤੋ ਇਹਦੇ ਨਾਲ ਕੀ ਹੋਇਆ, ਸਮਾਜ ਦੇ ਵਿੱਚ ਜਿਹੜੀਆਂ ਜਾਤ ਵਰਨ ਦੀਆਂ ਵੰਡੀਆਂ ਸੀ ਉਹ ਵੀ ਮਜ਼ਬੂਤ ਹੋਈਆਂ ਤੇ ਜਿਹੜੇ ਅਪਵਿੱਤਰਤਾ ਦੇ ਖਿਆਲ ਸੀ ਇਹ ਵੀ ਮਜ਼ਬੂਤ ਹੋਏ। ਤੇ ਹੋਰ ਸਭ ਤੋਂ ਵੱਡੀ ਗੱਲ ਸੀ, ਜਦੋਂ ਕੋਈ ਬਿਮਾਰ ਹੁੰਦਾ, ਕੁਝ ਹੋਣਾ, ਤਾਂ ਉਦੋਂ ਵੀ ਕਹਿੰਦੇ ਵੀ ਤੁਹਾਡੇ ਕੋਲ ਇਹ ਬਿਮਾਰੀ ਜਾਂ ਦੁੱਖ ਤਾਂ ਆਇਆ, ਤੁਸੀਂ ਕਿਸੇ ਦੇ ਘਰ ਗਏ ਜਿਹਦੇ ਘਰ ਜਨਮ ਹੋਇਆ, ਜਿਹਦੇ ਘਰ ਕਿਸੇ ਤਰ੍ਹਾਂ ਦੇ ਨਾਲ ਕੋਈ ਨਾ ਕੋਈ ਅਪਵਿੱਤਰਤਾ ਹੋਈ ਹੈ। ਤੋ ਗੁਰਮੁਖ ਪਿਆਰਿਓ, ਇਹ ਕੁਝ ਇੱਕ ਗੱਲਾਂ ਸਨ ਜਿਨ੍ਹਾਂ ਦੇ ਕਰਕੇ ਗੁਰੂ ਸਾਹਿਬ ਜੀ ਨੂੰ ਫਿਰ ਆਪਣੀ ਆਵਾਜ਼, ਜਿੱਥੇ ਵੱਖ-ਵੱਖ ਹੋਰ ਵਹਿਮਾਂ ਦੇ ਵਿਰੁੱਧ ਗੁਰੂ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਤੇ ਸੱਚਾਈ ਸਾਹਮਣੇ ਰੱਖੀ, ਇਸ ਵਿਸ਼ੇ ਤੇ ਵੀ ਗੁਰੂ ਸਾਹਿਬ ਨੇ ਸੱਚਾਈ ਸਾਹਮਣੇ ਰੱਖੀ। ਤੋ ਇਹ ਦੋਵੇਂ ਗੱਲਾਂ ਨੇ। ਜਨਮ ਵੇਲੇ ਜਿਹੜੀ ਭਿੱਟ ਜਾਂ ਅਪਵਿੱਤਰਤਾ ਕਹੀ ਜਾਂਦੀ ਸੀ ਉਹਨੂੰ ਕਹਿੰਦੇ ਸਨ ਸੂਤਕ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਉਸ ਵੇਲੇ ਜਿਹੜੀ ਅਪਵਿੱਤਰਤਾ ਮੰਨੀ ਜਾਂਦੀ ਸੀ ਉਹਨੂੰ ਕਹਿੰਦੇ ਸਨ ਪਾਤਕ। ਇਹਨੂੰ ਕਹਿੰਦੇ ਨੇ ਸੂਤਕ ਪਾਤਕ। ਤੋ ਉਹਨੇ ਦਿਨ ਉਸ ਘਰ ਦਾ ਕੁਝ ਖਾਣਾ ਨਾ, ਉਸ ਘਰ ਨੂੰ, ਉਸ ਮਾਂ ਨੂੰ, ਉਸ ਪਰਿਵਾਰ ਨੂੰ ਅਪਵਿੱਤਰ ਸਮਝਣਾ। ਹੁਣ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਮੁੱਖ ਤੌਰ ਤੇ 2 ਵਾਰੀ ਇਸ ਦਾ ਜ਼ਿਕਰ ਆਉਂਦਾ ਹੈ। ਇੱਕ ਜ਼ਿਕਰ ਆਉਂਦਾ ਹੈ ਇਸ ਦਾ ਫਰੀਦਕੋਟ ਵਾਲੇ ਟੀਕੇ ਦੇ ਵਿੱਚ। ਫਰੀਦਕੋਟ ਵਾਲੇ ਟੀਕੇ ਦੇ ਵਿੱਚ ਜ਼ਿਕਰ ਕਰਕੇ ਦੱਸਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੱਲੀ ਸਨ ਇੱਕ ਖੱਤਰੀ ਪਰਿਵਾਰ ਦੇ ਕੋਲ। ਤਾਂ ਦਿੱਲੀ ਦੇ ਵਿੱਚ ਉਸ ਖੱਤਰੀ ਪਰਿਵਾਰ ਦੇ ਘਰ ਜਦੋਂ ਗੁਰੂ ਸਾਹਿਬ ਠਹਿਰੇ ਹੋਏ ਸਨ, ਉਹਨਾਂ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਉੱਥੋਂ ਦੇ ਜਿਹੜੇ ਪੁਜਾਰੀ ਬ੍ਰਾਹਮਣ ਪੰਡਿਤ ਸਨ ਉਹਨਾਂ ਨੇ ਕਿਹਾ ਕਿ ਇਹਦਾ ਘਰ ਅਪਵਿੱਤਰ ਹੋ ਗਿਆ। ਦੂਸਰਾ ਇਹਦਾ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ। ਨਗਰ ਰਿਆਸਤ ਨਾਭੇ ਦੇ ਕੋਲ ਇੱਕ ਪਿੰਡ ਹੈ ਸ਼ਿੰਟਾਂਵਾਲਾ। ਇਸ ਪਿੰਡ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਅਸਥਾਨ ਬਣਿਆ ਤੇ ਉੱਥੇ ਜਿਹੜਾ ਇਤਿਹਾਸ ਲਿਖਿਆ ਹੋਇਆ ਹੈ, ਉਸ ਇਤਿਹਾਸ ਦੇ ਅਨੁਸਾਰ ਉਸ ਨਗਰ ਦੇ ਵਿੱਚ ਇੱਕ ਖੱਤਰੀ ਪਰਿਵਾਰ ਰਹਿੰਦਾ ਸੀ ਜਿਹਦਾ ਨਾਮ ਸੀ ਚੰਨਣ ਮੱਲ। ਚੰਨਣ ਮੱਲ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ 17 ਦਿਨ ਰਹੇ। ਉਹਦੇ ਘਰ ਦੇ ਚੁਬਾਰੇ ਦੇ ਵਿੱਚ ਗੁਰੂ ਸਾਹਿਬ 17 ਦਿਨ ਰਹੇ, ਆਲੇ ਦੁਆਲੇ ਪ੍ਰਚਾਰ ਕਰਦੇ ਸਨ, ਫਿਰ ਉੱਥੇ ਆ ਕੇ ਵਿਰਾਜਮਾਨ ਹੋ ਜਾਂਦੇ ਸਨ। ਇੰਨੇ ਹੀ ਦਿਨਾਂ ਦੇ ਵਿੱਚ ਚੰਨਣ ਮੱਲ ਸ਼ਰਧਾਲੂ ਬੰਦਾ ਸੀ। ਉਹਨੇ ਆਪਣੇ ਨਗਰ ਦੇ ਵਿੱਚੋਂ ਕੁਝ ਹੋਰ ਸਤਿਕਾਰਯੋਗ, ਕਿਉਂਕਿ ਉਹ ਖੱਤਰੀ ਸੀ, ਬ੍ਰਾਹਮਣਾਂ ਨੂੰ ਗੁਰੂ ਮੰਨਦਾ ਸੀ, ਉਹਨੇ ਉਹਨਾਂ ਨੂੰ ਬੁਲਾਇਆ ਤੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ ਚਾਹੀ। ਕਾਰਨ ਇਹ ਸੀ ਕਿ ਉਹਦੇ ਘਰ ਬੱਚੇ ਦਾ ਜਨਮ ਹੋਣਾ ਸੀ। ਉਹਨੇ ਕਿਹਾ ਵੀ ਪਹਿਲਾਂ ਮੈਂ ਇਹਨਾਂ ਨੂੰ ਭੋਜ ਕਰਾਵਾਂ, ਪ੍ਰਸ਼ਾਦ ਪਾਣੀ ਛਕਾਵਾਂ, ਭੰਡਾਰਾ ਕਰਾਂ, ਤਾਂ ਜੋ ਮੇਰੇ ਘਰ ਦੇ ਵਿੱਚ ਪ੍ਰਮਾਤਮਾ ਕਿਰਪਾ ਕਰੇ, ਜੋ ਬੱਚੇ ਦਾ ਜਨਮ ਹੋਣਾ ਹੈ ਸੁੱਖ ਸਾਂਦ ਨਾਲ, ਇਹ ਵਾਹਿਗੁਰੂ ਦੀ ਦਾਤ ਪ੍ਰਾਪਤ ਹੋ ਜਾਏ। ਹੁਣ ਚੰਨਣ ਮੱਲ ਦੇ ਘਰ ਜਦੋਂ ਸਾਰੀ ਤਿਆਰੀ ਕੀਤੀ ਗਈ, ਉਸੇ ਸਮੇਂ ਦੇ ਦੌਰਾਨ ਜਿਹੜੇ ਧਾਰਮਿਕ ਆਗੂ ਸੀ ਉਹ ਵੀ ਪਹੁੰਚ ਗਏ। ਇੱਧਰੋਂ ਪ੍ਰਸ਼ਾਦੇ ਦੀ ਤਿਆਰੀ ਹੋ ਗਈ, ਉੱਧਰੋਂ ਉਹਨੂੰ ਖਬਰ ਮਿਲ ਗਈ ਕਿ ਘਰ ਦੇ ਵਿੱਚ ਬੱਚੇ ਦਾ ਜਨਮ ਹੋ ਗਿਆ ਹੈ। ਤੇ ਜਿਹੜੇ ਪੁਜਾਰੀ ਲਾਈਨਾਂ ਲਗਾ ਕੇ ਬੈਠੇ ਸਨ ਪ੍ਰਸ਼ਾਦਾ ਪਾਣੀ ਛਕਣ ਲਈ ਤਿਆਰ ਸਨ, ਉੱਠ ਖਲੋਤੇ। ਇਹਨੇ ਪੁੱਛਿਆ ਕਿ ਮਹਾਰਾਜ ਜੀ ਕੀ ਗੱਲ ਹੋ ਗਈ? ਉਹ ਕਹਿਣ ਲੱਗੇ, ਕਹਿੰਦੇ ਵੀ ਤੇਰੇ ਘਰ ਦੇ ਵਿੱਚ ਬੱਚੇ ਦਾ ਜਨਮ ਹੋ ਗਿਆ, ਇਸ ਕਰਕੇ ਘਰ ਵਿੱਚ ਸੂਤਕ ਹੋ ਗਿਆ। ਸੂਤਕ ਤੋਂ ਭਾਵ ਅਪਵਿੱਤਰਤਾ ਆ ਗਈ, ਘਰ ਭ੍ਰਿਸ਼ਟਿਆ ਗਿਆ। ਹੁਣ ਤੇਰੇ ਘਰ 15 ਦਿਨਾਂ ਲਈ ਅਸੀਂ ਨਹੀਂ ਆਵਾਂਗੇ ਤੇ ਤੇਰੇ ਘਰ ਦਾ ਕੁਝ ਵੀ ਨਹੀਂ ਖਾਵਾਂਗੇ। ਤੇ ਜਿਹੜੇ ਆਲੇ ਦੁਆਲੇ ਕੁਝ ਹੋਰ ਲੋਕੀ ਆਏ ਸਨ ਸਤਿਕਾਰਯੋਗ ਸੱਜਣ, ਉਹ ਵੀ ਉੱਠ ਖਲੋਤੇ। ਉਹ ਕਹਿੰਦੇ ਵੀ ਦੇਖੋ, ਜਦ ਹੁਣ ਸਾਡੇ ਧਰਮ ਦੇ ਪੁਜਾਰੀਆਂ ਨੇ ਇਹ ਗੱਲ ਕਹੀ ਹੈ, ਫਿਰ ਅਸੀਂ ਵੀ ਤੇਰੇ ਘਰ ਦਾ ਨਹੀਂ ਖਾ ਸਕਦੇ। ਹੁਣ ਇਹਨੂੰ ਖੁਸ਼ੀ ਸੀ, ਬਲਕਿ ਇਹਦੀ ਤਾਂ ਖੁਸ਼ੀ ਹੋਰ ਵੱਧ ਗਈ ਵੀ ਬੱਚੇ ਦਾ ਜਨਮ ਹੋ ਗਿਆ ਹੈ, ਬਲਕਿ ਹੁਣ ਤੇ ਹੋਰ ਮੈਂ ਵੱਧ ਸੇਵਾ ਕਰਾਂ। ਤੋ ਇਸ ਦੌਰਾਨ ਇਹ ਜਦੋਂ ਜਾਣ ਲੱਗੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਆ ਗਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਗਿਆ, ਇਹਨੇ ਮਹਾਰਾਜ ਦੇ ਚਰਨ ਫੜੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਉੱਥੇ ਜਿਹੜੇ ਉਹ ਸਾਰੇ ਲੋਕੀ ਇਸ ਗੱਲ ਤੇ ਵਹਿਮ ਮੰਨ ਰਹੇ ਸਨ, ਉਹਨਾਂ ਨੂੰ ਸਮਝਾਉਣ ਦੇ ਲਈ ਕਿ ਅਸਲ ਵਿੱਚ ਸੂਤਕ ਅਪਵਿੱਤਰਤਾ ਕੀ ਹੁੰਦੀ ਹੈ, ਇੰਪਿਓਰਿਟੀ ਕੀ ਹੈ, ਜਿਸ ਦੇ ਨਾਲ ਭ੍ਰਿਸ਼ਟੇ ਜਾਈਦਾ, ਉਹ ਕਿਹੜੀ ਚੀਜ਼ ਹੈ, ਉਹ ਤੁਸੀਂ ਸਮਝੋ। ਤੇ ਜਿਹੜੀ ਚੀਜ਼ ਨੂੰ ਤੁਸੀਂ ਸੂਤਕ ਜਾਂ ਪਾਤਕ ਮੰਨਦੇ ਹੋ, ਇਹ ਅਸਲ ਵਿੱਚ ਕੀ ਹੈ, ਇਹਨੂੰ ਵੀ ਸਮਝੋ। ਇਹ ਗੱਲ ਸਮਝਾਉਂਦੇ ਹੋਏ ਫਿਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਇਹ 3 ਸ਼ਲੋਕ ਉਚਾਰਨ ਕੀਤੇ ਹਨ। ਸੋ ਪਹਿਲਾ ਸ਼ਲੋਕ ਜਿਹੜਾ ਹੈ, ਉੱਥੇ ਗੁਰੂ ਸਾਹਿਬ ਜੀ ਹੁਣ ਉਹਨਾਂ ਦੀ ਗੱਲ ਨੂੰ ਅੱਗੇ ਰੱਖਦੇ ਹੋਏ ਆਪ ਜੀ ਕਹਿ ਰਹੇ ਹਨ
ਵੀ ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ ਵੀ ਸੂਤਕ ਹੁੰਦਾ। ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਇਹ ਵਿਚਾਰ ਕੀਤੀ ਸੀ ਵੀ ਜਿਹੜਾ ਸਿਆਣਾ ਬੰਦਾ ਹੁੰਦਾ ਹੈ, ਕੋਈ ਸੂਝਵਾਨ ਮਨੁੱਖ ਹੁੰਦਾ ਹੈ, ਕੋਈ ਗਿਆਨਵਾਨ ਮਨੁੱਖ ਹੁੰਦਾ ਹੈ, ਉਹ ਬਹੁਤੀ ਵਾਰੀ ਆਪਣੀ ਗੱਲ ਕਰਨ ਦੇ ਨਾਲ ਉਹ ਦੂਜੇ ਨੂੰ ਕਹਿੰਦਾ ਵੀ ਚੱਲ ਤੇਰੀ ਗੱਲ ਹੀ ਮੰਨ ਲੈਂਦੇ ਆ, ਵੀ ਜੇ ਤੂੰ ਗੱਲ ਮੰਨਦਾ ਇਫ ਯੂ ਬਲੀਵ ਇਟ, ਤਾਂ ਆਪਾਂ ਇਸ ਨਜ਼ਰੀਏ ਤੋਂ ਇਹਨੂੰ ਦੇਖੋ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ, ਆਪ ਜੀ ਫਰਮਾਉਣ ਲੱਗੇ, ਜੇ ਕਰ ਸੂਤਕ ਮੰਨੀ ਹੈ, ਜੇ ਤੁਹਾਡੇ ਕਹੇ ਅਨੁਸਾਰ ਮੰਨ ਵੀ ਲਿਆ ਜਾਵੇ ਕਿ ਸੂਤਕ ਹੁੰਦਾ ਹੈ, ਅਪਵਿੱਤਰਤਾ ਹੁੰਦੀ ਹੈ, ਤਾਂ ਮਹਾਰਾਜ ਜੀ ਕਹਿੰਦੇ ਸੁਣੋ ਫਿਰ, ਜੇ ਕਰ ਸੂਤਕ ਮੰਨੀ ਹੈ ਸਭ ਤੈ ਸੂਤਕ ਹੋਏ। ਤੈ ਤੱਤੇ ਨੂੰ ਦਲਾਵਾਂ ਨਾਲ, ਸਭ ਤੈ ਸਭਨਾਂ ਦੇ ਵਿੱਚ ਸਭ ਥਾਈ। ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ। ਆਪ ਜੀ ਨੇ ਫਰਮਾਇਆ ਕਿ ਸੂਤਕ ਤਾਂ ਹਰ ਇੱਕ ਸਮੇਂ ਹਰ ਇੱਕ ਥਾਂ ਤੇ ਹੈ। ਸਭ ਤੋਂ ਪਹਿਲੀ ਗੱਲ ਗੋਹਾ ਅਤੇ ਲੱਕੜੀ। ਅੱਜ ਕੱਲ੍ਹ ਜਿਸ ਤਰ੍ਹਾਂ ਅੱਗ ਬਾਲਣ ਦੇ ਸਾਧਨ ਹਨ, ਭੋਜਨ ਪਕਾਉਣ ਦੇ ਸਾਧਨ ਹਨ, ਗੈਸ ਦੇ ਜ਼ਰੀਏ ਚੁੱਲ੍ਹੇ ਸਟੋਵ ਵਰਤ ਲਏ ਜਾਂਦੇ ਹਨ, ਜਾਂ ਫਿਰ ਓਵਨ ਦੇ ਜ਼ਰੀਏ ਜਾਂ ਮਾਈਕ੍ਰੋਵੇਵ ਦੇ ਵਿੱਚ ਭੋਜਨ ਪਕਾ ਲਿਆ ਜਾਂਦਾ ਹੈ। ਉਹਨਾਂ ਸਮਿਆਂ ਦੇ ਵਿੱਚ ਭੋਜਨ ਪਕਾਉਣ ਦਾ ਮੁੱਖ ਵਸੀਲਾ ਅੱਗ ਬਾਲਣਾ ਸੀ, ਤੇ ਉਹ ਅੱਗ ਲੱਕੜੀਆਂ ਜਾਂ ਗੋਹਿਆਂ ਨਾਲ ਬਾਲੀ ਜਾਂਦੀ ਸੀ। ਲੱਕੜੀ ਦੀ ਅੱਗ ਸੁੱਕੀ ਲੱਕੜੀ ਦੀ ਬਲੇਗੀ, ਭਾਵ ਲੱਕੜ ਵੱਢ ਕੇ ਕਾਫੀ ਸਮਾਂ ਘਰਾਂ ਦੇ ਵਿੱਚ ਰੱਖ ਲਈ ਜਾਂਦੀ ਸੀ, ਉਹ ਸੁੱਕ ਜਾਂਦੀ ਸੀ, ਤੇ ਉਸ ਸਮੇਂ ਦੇ ਦੌਰਾਨ ਉਸ ਲੱਕੜ ਦੇ ਵਿੱਚ ਕਈ ਕੀੜੇ ਪੈਦਾ ਹੋ ਜਾਂਦੇ ਸਨ। ਉਹ ਕੀੜੇ ਅੱਗੇ ਮਰ ਜਾਂਦੇ ਸਨ, ਅੱਗੇ ਆਪਣੇ ਹੋਰ ਅਗਲੀ ਨਸਲ ਨੂੰ ਜਨਮ ਦੇ ਦਿੰਦੇ ਸਨ। ਇਸ ਤਰ੍ਹਾਂ ਉਹਨਾਂ ਦੇ ਲੱਕੜਾਂ ਦੇ ਵਿੱਚ ਕੀੜੇ ਜਨਮ ਲੈਂਦੇ ਤੇ ਮਰਦੇ ਰਹਿੰਦੇ ਸਨ। ਦੂਜਾ ਸੀ ਗੋਹਾ। ਗਊ ਅਤੇ ਮੱਝ ਦੇ ਗੋਹੇ ਤੋਂ ਪਾਥੀਆਂ ਪੱਥੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਓਪਲੇ ਵੀ ਕਹਿ ਲਿਆ ਜਾਂਦਾ। ਪਾਥੀਆਂ ਪੱਥ ਕੇ ਉਹਨਾਂ ਨੂੰ ਸੁਕਾ ਲਿਆ ਜਾਂਦਾ ਸੀ, ਤੇ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਕੀੜੇ ਭੂੰਡ ਆਦਿ ਪੈਦਾ ਹੋ ਜਾਂਦੇ ਸਨ। ਜਦੋਂ ਚੁੱਲ੍ਹੇ 'ਚ ਅੱਗ ਬਾਲੀ ਜਾਂਦੀ ਸੀ, ਲੱਕੜ ਨੂੰ ਪਾਥੀਆਂ ਨੂੰ ਵਰਤਿਆ ਜਾਂਦਾ ਸੀ। ਜਿਹੜੇ ਉਹ ਕੀੜੇ ਨੇ ਉਹ ਅੱਗ ਬਾਲਣ ਦੇ ਦੌਰਾਨ ਉਹਦੇ ਪਾਥੀ ਦੇ ਗੋਹੇ ਵਿੱਚ ਜਾਂ ਲੱਕੜ ਦੇ ਵਿੱਚ ਹੀ ਸੜ ਜਾਂਦੇ ਸਨ, ਮਰ ਜਾਂਦੇ ਸਨ। ਤੋਂ ਲੱਕੜ ਦੇ ਵਿੱਚ ਕੀੜੇ ਜਨਮ ਲੈਂਦੇ ਗਏ, ਅੱਗ ਬਾਲਣ ਵੇਲੇ ਮਰਦੇ ਗਏ। ਪਾਥੀ ਦੇ ਵਿੱਚ ਜਨਮ ਲੈਂਦੇ ਗਏ ਜਾਂ ਪਹਿਲਾਂ ਜਾਂ ਅੱਗ ਬਾਲਣ ਦੇ ਵੇਲੇ ਮਰਦੇ ਗਏ। ਤਾਂ ਗੁਰੂ ਸਾਹਿਬ ਕਹਿੰਦੇ ਵੀ ਦੇਖੋ, ਸੂਤਕ ਤਾਂ ਜਨਮ ਅਤੇ ਮਰਨ ਤਾਂ ਤੁਹਾਡੀ ਰਸੋਈ ਦੇ ਵਿੱਚ ਨਿੱਤ ਹੋ ਰਿਹਾ। ਹਰ ਇੱਕ ਦਿਨ ਜਦੋਂ ਤੁਸੀਂ ਸਵੇਰੇ ਸ਼ਾਮ ਦੁਪਹਿਰੇ ਜਦੋਂ ਹੀ ਪ੍ਰਸ਼ਾਦਾ ਪਾਣੀ ਬਣਾਉਂਦੇ ਹੋ, ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਤੁਹਾਡੇ ਘਰ ਦੇ ਵਿੱਚ ਕਿੰਨੇ ਲੱਕੜੀਆਂ ਤੇ ਗੋਹਿਆਂ ਦੇ ਵਿੱਚ ਕੀੜੇ ਜਨਮ ਲੈ ਰਹੇ ਹਨ। ਸੂਤਕ ਅਤੇ ਪਾਤਕ ਤਾਂ ਨਿੱਤ ਹੈ, ਤੁਸੀਂ ਦੇਖ ਹੀ ਨਹੀਂ ਰਹੇ ਹੋ। ਆਪਣੀ ਦ੍ਰਿਸ਼ਟੀ ਨੂੰ ਥੋੜ੍ਹੀ ਹੋਰ ਗਹਿਰਾਈ ਦੇ ਵਿੱਚ ਲੈ ਕੇ ਜਾਓ, ਇਹ ਤਾਂ ਨਿੱਤ ਹੀ ਹੋ ਰਿਹਾ ਹੈ। ਤੇ ਇਸ ਗੱਲ ਨੂੰ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। तो ਆਪ ਜੀ ਨੇ ਫਰਮਾਇਆ ਇੱਥੋਂ ਤੱਕ ਵੀ ਜਿੰਨੇ ਅੰਨ ਦੇ ਦਾਣੇ ਹਨ, ਉਹਨਾਂ ਦੇ ਵਿੱਚ ਵੀ ਕੋਈ ਜੀ ਤੋਂ ਬਗੈਰ ਨਹੀਂ ਹੈ। ਜਿਸ ਤਰ੍ਹਾਂ ਹੁਣ ਖੁਰਦਬੀਨ ਨਾਲ ਦੇਖਿਆ ਜਾ ਸਕਦਾ ਹੈ, ਈਵਨ ਕਿ ਕੋਈ ਵੀ ਚੀਜ਼ ਹੈ, ਜਿਸ ਤਰ੍ਹਾਂ ਦਹੀਂ ਵੀ ਖਾਧਾ ਜਾਂਦਾ ਹੈ, ਉਹ ਵੀ ਦੁੱਧ ਦੇ ਵਿੱਚ ਜਦੋਂ ਉਹ ਜਰਾਸੀਮ ਕੀੜੇ ਪੈਦਾ ਹੁੰਦੇ ਆ, ਤਦੋਂ ਹੀ ਦੁੱਧ ਫਟਦਾ ਹੈ ਤੇ ਉਹ ਦਹੀਂ ਬਣਦਾ ਹੈ। ਤੋ ਇੱਦਾਂ ਹੀ ਜਿਹੜੇ ਦਾਣੇ ਨੇ ਮਾਈਕਰੋਸਕੋਪ ਨਾਲ ਦੇਖ ਕੇ ਉਹਨਾਂ ਨੂੰ ਦੇਖਿਆ ਜਾ ਸਕਦਾ, ਉਹਨਾਂ 'ਤੇ ਵੀ ਕਿੰਨੀ ਤਰ੍ਹਾਂ ਦੇ ਨਾਲ ਕੋਈ ਛੋਟੇ ਜੀਵ ਲੱਗੇ ਹੋਏ ਹੁੰਦੇ ਹਨ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਕੋਈ ਜਨਮ ਅਤੇ ਮਰਨ ਨਾ ਚੱਲ ਰਿਹਾ ਹੋਵੇ। ਸਭ ਤੋਂ ਪਹਿਲਾਂ ਇਹ ਗੱਲ ਯਾਦ ਰੱਖੋ, ਪਹਿਲਾਂ ਪਾਣੀ ਜੀਵ ਹੈ। ਇਸ ਨੂੰ ਆਪਾਂ ਉਚਾਰਾਂਗੇ ਪਹਿਲਾਂ ਨਹੀਂ ਕਹਾਂਗੇ। ਜੇ ਆਪਾਂ ਪਹਿਲਾਂ ਕਹਾਂਗੇ ਫਿਰ ਪਹਿਲੇ ਤੋਂ ਬਾਅਦ ਦੂਜਾ ਦੱਸਣਾ ਪਊ ਕੀ ਹੈ। ਤੋ ਇੱਥੇ ਹੈ ਪਹਿਲਾਂ ਮਤਲਬ ਫਸਟ ਆਫ ਆਲ, ਸਾਰਿਆਂ ਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਪਾਣੀ ਜੀਓ ਹੈ। ਪਾਣੀ ਵੀ ਆਪਣੇ ਆਪ 'ਚ ਇੱਕ ਜਿਉਂਦੀ ਸ਼ੈ ਹੈ, ਕਿਉਂਕਿ ਜਿੰਨੀ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ ਇਹਦੇ ਬਾਰੇ ਵੀ ਆਪਾਂ ਨੂੰ ਪਤਾ ਲੱਗਦਾ ਹੈ। ਗੁਰਬਾਣੀ ਇਹ ਗੱਲ ਦੀ ਗਵਾਹੀ ਭਰਦੀ ਹੈ, ਸਾਚੇ ਤੇ ਪਾਵਣਾ ਪਿਆ, ਪਾਵਣੇ ਤੇ ਜਲ ਹੋਏ, ਜਲ ਤੇ ਤ੍ਰਿਭਾਵਨ ਸਾਜਿਆ, ਘਟ ਘਟ ਜੋਤ ਸੁਣਦੇ। ਕਿ ਜਲ ਤੋਂ ਹੀ ਅੱਗੇ ਸਾਜਨਾ ਸ਼ੁਰੂ ਹੋਈ ਹੈ। ਤੇ ਜਿਹੜਾ ਸਾਇੰਸ ਦੇ ਆਪਾਂ ਨੂੰ ਦੱਸਦੇ ਹਨ, ਇੱਕ ਸੈੱਲ ਦਾ ਜੀਵ ਅਮੀਬਾ, ਉਹ ਵੀ ਪਾਣੀ ਦੇ ਵਿੱਚ ਹੀ ਵਿਕਸਿਤ ਹੋਇਆ। ਪਹਿਲਾਂ ਜੀਵਨ ਪਾਣੀ 'ਚ ਬਣਿਆ, ਫਿਰ ਉਸ ਤੋਂ ਬਾਅਦ ਧਰਤੀ ਦੇ ਉੱਪਰ ਜੀਵਨ ਆਇਆ।
तो महाराज जी आप जी फरमा रहे हैं, सब तो पहला तो पानी आप ही जीवित वस्तु है, जिस दे जरिए सारे ही हरे भरे हुंदे हन। सूतक क्यों कर रखीਐ, सूतक पवै रसोए, नानक सूतक एव ना उतरै, ज्ञान उतारे तुए। सूतक क्यों कर रखी है, रखीए ਦਾ ਅਰਥ ਆਪਣੇ ਆਪ ਨੂੰ ਰੱਖਿਆ ਜਾ ਸਕਦਾ, ਬਚਾਇਆ ਜਾ ਸਕਦਾ। सूतक तो भाव ਜਿਹੜੀ ਤੁਸੀਂ ਇਹ ਭ੍ਰਿਸ਼ਟ ਹੋਣ ਵਾਲੀ ਗੱਲ ਕਰ ਰਹੇ ਹੋ, ਅਪਵਿੱਤਰਤਾ ਵਾਲੀ ਗੱਲ ਕਰ ਰਹੇ ਹੋ, ਜੇ ਤੁਹਾਡੇ ਨਜ਼ਰੀਏ ਨਾਲ ਦੇਖਿਆ ਜਾਏ ਤਾਂ ਇਹਦੇ ਤੋਂ ਬਚਿਆ ਹੀ ਨਹੀਂ ਜਾ ਸਕਦਾ, ਕਿਉਂਕਿ ਜਿਹੜੀਆਂ ਉੱਪਰ ਚੀਜ਼ਾਂ ਦਾ ਜ਼ਿਕਰ ਕੀਤਾ, ਗੋਹਾ, ਲੱਕੜੀ, ਬਾਲਣ, ਇਹਦੇ ਵਿੱਚ ਵੀ ਜੀਵ ਨੇ ਜਨਮ ਲੈ ਰਹੇ ਨੇ, ਮਰ ਰਹੇ ਨੇ। ਜਿੰਨੇ ਅਨਾਜ ਦੇ ਦਾਣੇ ਨੇ ਉਹਨਾਂ ਦੇ ਵਿੱਚ ਵੀ ਸੂਖਸ਼ਮ ਜੀਵ ਹਨ। ਜਿਹੜਾ ਪਾਣੀ ਵਰਤਿਆ ਜਾ ਰਿਹਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਜੀਵਨ ਦਾ ਰੂਪ ਹੈ। ਸੂਤਕ ਕਿਉਂ ਕਰ ਰੱਖੀ ਹੈ, ਇੱਦਾਂ ਸੂਤਕ ਤੋਂ ਕਿਵੇਂ ਆਪਣੇ ਆਪ ਨੂੰ ਰੱਖਿਆ ਤੇ ਬਚਾਇਆ ਜਾ ਸਕਦਾ ਹੈ? ਭਾਵ ਨਹੀਂ ਬਚਾਇਆ ਜਾ ਸਕਦਾ। ਸੂਤਕ ਪਵੈ ਰਸੋਏ, ਰਸੋਈ ਦੇ ਵਿੱਚ ਰੋਜ਼ਾਨਾ ਹੀ ਸੂਤਕ ਹੁੰਦਾ ਹੈ। ਰਸੋਏ ਦਾ ਅਰਥ ਹੈ ਇੱਥੇ ਰਸੋਈ, ਰਾਰਾ, ਸੱਸੇ ਨੂੰ ਹੋੜਾ, ਈੜੀ ਨੂੰ ਸਿਹਾਰੀ, ਰਸੋਏ। ਰਸੋਈ ਸਿਹਾਰੀ ਜਿੱਥੇ ਲੱਗੀ ਹੁੰਦੀ ਹੈ ਇਸਤਰੀ ਲਿੰਗ ਲਈ ਹੁੰਦੀ ਹੈ, ਜਿਵੇਂ ਕਈ ਜਗ੍ਹਾ ਕੁਦਰਤ ਲਿਖਿਆ ਹੋਵੇਗਾ, ਕੱਕੇ ਨੂੰ ਔਂਕੜ, ਦੱਦਾ, ਰਾਰਾ, ਤੱਤਾ, ਤੱਤੇ ਨੂੰ ਸਿਹਾਰੀ, ਕੁਦਰਤ। ਕੁਦਰਤ ਮਤਲਬ ਇਸਤਰੀ ਲਿੰਗ ਦੱਸਣ ਲਈ ਇਹ ਸ਼ਬਦ ਇਸਤਰੀ ਲਿੰਗ ਹੈ। ਤੇ ਇਸੇ ਹੀ ਤਰ੍ਹਾਂ ਗੁਰਮਤਿ ਸ਼ਬਦ ਆਪਾਂ ਕਈ ਜਗ੍ਹਾ ਲਿਖਿਆ ਹੋਇਆ ਦੇਖਦੇ ਹਾਂ, ਗੱਗੇ ਨੂੰ ਔਂਕੜ, ਰਾਰਾ, ਮੰਮਾ, ਤੱਤਾ, ਤੱਤੇ ਨੂੰ ਸਿਹਾਰੀ, ਗੁਰਮਤਿ। ਗੁਰਮਤਿ ਵੀ ਇਸਤਰੀ ਲਿੰਗ ਸ਼ਬਦ ਹੈ। ਤਾਂ ਰਸੋਏ ਸ਼ਬਦ ਸੁਣਨ ਵਿੱਚ ਰਸੋਏ ਪੁਲਿੰਗ ਰੂਪ ਲੱਗਦਾ ਹੈ, ਪਰ ਇਹ ਅਸਲ ਦੇ ਵਿੱਚ ਇਸਤਰੀ ਲਿੰਗ ਹੈ। ਤੁਕਾਂਤ ਪੂਰਾ ਕਰਨ ਲਈ ਗੁਰੂ ਸਾਹਿਬ ਨੇ ਰਸੋਈ ਨੂੰ ਰਸੋਏ ਲਿਖਿਆ ਹੈ, ਸਿਹਾਰੀ ਲਗਾਈ ਹੋਈ ਹੈ, ਤੇ ਪਾਠ ਵੀ ਰਸੋਏ ਹੀ ਹੋਵੇਗਾ। तो आप जी फरमा रहे हैं भी किस भी तरीके नाल तो बचिया नहीं जा सकता। नानक सूतक एव ना उतरै, जिस तरह तुसी करदे हो भी 10 दिनों बाद, 15 दिनों बाद, महीने बाद सूतक लै गया भी चल हुण उहदे घर दा कुछ खा पी लो, इदां सूतक नहीं रहिंदा भाई। सूतक ज्ञान उतारे धोए, असल दे विच गुरु दे ज्ञान दे जरिए ਇਹ ਮਨ ਦੇ ਵਿੱਚੋਂ ਵਹਿਮ ਦੀ ਮੈਲ ਜਦੋਂ ਧੋਤੀ ਜਾਂਦੀ ਹੈ ਤਾਂ ਸੂਤਕ ਦੂਰ ਹੁੰਦਾ ਹੈ, ਤਾਂ ਅੰਦਰੋਂ ਇਹ ਜਨਮ ਤੇ ਮਰਨ ਦੀ ਜਿਹੜੀ ਭਿੱਟ ਦਾ ਖਿਆਲ ਹੈ ਇਹ ਧੋਤਾ ਜਾਂਦਾ ਹੈ। ਇਹ ਤੁਹਾਡੇ ਅੰਦਰ ਜਿਹੜੀ ਅਪਵਿੱਤਰਤਾ ਵਾਲਾ ਖਿਆਲ ਬਣਿਆ ਇਹ ਗੁਰੂ ਦੇ ਗਿਆਨ ਦੇ ਜਰੀਏ ਹੀ ਦੂਰ ਹੁੰਦਾ ਹੈ। ਇਸ ਕਰਕੇ ਸੱਚਾ ਗਿਆਨ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਮਹਿਲਾ ਪਹਿਲਾ, ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਪਰ ਤ੍ਰੇ ਪਰ ਧਨ रूप। तो आप जी फरमा रहे ने, गुरु महाराज जी ਨੂੰ ਕਿਹਾ ਗਿਆ, ਕਹਿੰਦੇ ਮਹਾਰਾਜ ਇਹ ਜਿਹੜਾ ਬਜ਼ੁਰਗਾਂ ਨੇ ਚਲਾਇਆ ਉਦਾਂ ਤਾਂ ਚਲਾਇਆ ਨਹੀਂ ਹੋਵੇਗਾ। ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਦੋਂ ਦਲੀਲ ਨਹੀਂ ਆਉਂਦੀ ਤਾਂ ਫਿਰ ਉਹਨੂੰ ਬਜ਼ੁਰਗਾਂ ਤੇ ਪਿੱਛੇ ਜਾਂ ਉੱਦਾਂ ਸੁੱਟ ਦਿੱਤਾ ਜਾਂਦਾ ਵੀ ਜੇ ਇੱਦਾਂ ਹੈ ਇਹਦੇ ਪਿੱਛੇ ਕੋਈ ਕਾਰਨ ਤੇ ਹੋਵੇਗਾ। ਤੇ ਗਰੀਬਵਾਸ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਠੀਕ ਹੈ, ਅਸੀਂ ਮੰਨਦੇ ਹਾਂ ਵੀ ਸਾਰੇ ਕਿਤੇ ਸੂਤਕ ਅਤੇ ਪਾਤਕ ਤੋਂ ਭਾਵ ਜਨਮ ਅਤੇ ਮਰਨ ਹਰ ਇੱਕ ਥਾਵੇਂ ਚੱਲ ਰਿਹਾ ਹੈ। ਈਵਨ ਆਪਣੀ ਬਾਡੀ ਦੇ ਵਿੱਚ ਵੀ ਦੇਖੋ ਨਿੱਤ ਹੀ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਵੀ ਨਹੀਂ, ਬਲਕਿ ਕਰੋੜਾਂ ਸੈੱਲ ਨੇ ਜਿਹੜੇ ਬਣ ਰਹੇ ਨੇ ਤੇ ਕਰੋੜਾਂ ਹੀ ਨਾਸ਼ ਹੋ ਰਹੇ ਨੇ ਇੱਕ ਸਰੀਰ ਦੇ ਵਿੱਚ। ਤੋ ਇਹਦਾ ਜਨਮ ਅਤੇ ਮਰਨ, ਬਣਨਾ ਅਤੇ ਨਸ਼ਟ ਹੋਣਾ, ਭਾਵ ਰੂਪ ਬਦਲਣਾ, ਇਹ ਤਾਂ ਚੱਲਦਾ ਹੀ ਰਿਹਾ, ਕੁਦਰਤ ਵਿੱਚ ਚੱਲ ਹੀ ਰਿਹਾ ਹੈ ਇੱਕ ਥਾਂ। ਤੋ ਮੇਰੇ ਪਾਤਸ਼ਾਹ ਜੀ ਗਰੀਬ ਨਵਾਜ਼ ਨੇ ਜਦੋਂ ਇਸ ਤਰ੍ਹਾਂ ਸਮਝਾਇਆ, ਹੁਣ ਉਹਨਾਂ ਨੂੰ ਕੋਈ ਦਲੀਲ ਨਾ ਆਈ। ਅੱਗੋਂ ਉਹਨਾਂ ਲੋਕਾਂ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ, ਕਹਿੰਦੇ ਵੀ ਜੇ ਵੱਡਿਆਂ ਨੇ ਕੋਈ ਗੱਲ ਚਲਾਈ ਹੈ ਵੀ ਅਪਵਿੱਤਰਤਾ ਹੁੰਦੀ ਹੈ, ਭ੍ਰਿਸ਼ਟੇ ਜਾਈਦਾ ਹੈ, ਇੰਪਿਓਰ ਹੋ ਜਾਈਦਾ ਹੈ, ਤਾਂ ਉਹਦਾ ਕੋਈ ਨਾ ਕੋਈ ਕਾਰਨ ਤੇ ਹੋਵੇਗਾ। ਕਿਸੇ ਨਾ ਕਿਸੇ ਚੀਜ਼ ਨਾਲ ਤਾਂ ਬੰਦਾ ਅਪਵਿੱਤਰ ਹੁੰਦਾ ਹੋਵੇਗਾ। ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਲਓ, ਜੇ ਤੁਸੀਂ ਇਹ ਪੁੱਛਦੇ ਹੋ ਫਿਰ ਸੁਣੋ, ਕਿਹੜੀਆਂ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਨਾਲ ਮਨੁੱਖ ਅਪਵਿੱਤਰ ਹੋ ਜਾਂਦਾ ਹੈ। ਤਾਂ ਮੇਰੇ ਪਾਤਸ਼ਾਹ ਜੀ ਸਮਝਾਉਣ ਲੱਗੇ, ਮਹਿਲਾ ਪਹਿਲਾ, ਇਹ ਹੁਣ ਦੂਸਰਾ ਸ਼ਲੋਕ ਇੱਥੋਂ ਸ਼ੁਰੂ ਹੋ ਗਿਆ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਮਨ ਦਾ ਸੂਤਕ, ਸੂਤਕ ਦਾ ਅਰਥ ਹੈ ਅਪਵਿੱਤਰਤਾ ਹੋ ਜਾਣੀ, ਭ੍ਰਿਸ਼ਟੇ ਜਾਣਾ।
ਮਨੁੱਖ ਦਾ ਮਨ ਉਦੋਂ ਅਪਵਿੱਤਰ ਹੋ ਜਾਂਦਾ ਹੈ, ਉਦੋਂ ਭ੍ਰਿਸ਼ਟਿਆ ਜਾਂਦਾ ਹੈ ਜਦੋਂ ਉਸ ਦੇ ਅੰਦਰ ਲੋਭ ਆ ਜਾਂਦਾ ਹੈ, ਲਾਲਚ ਆ ਜਾਂਦਾ ਹੈ। ਆਪਣੀ ਦਸਾਂ ਨੋਹਾਂ ਦੀ ਹੱਕ ਹਲਾਲ ਦੀ ਕਮਾਈ ਤੇ ਖੜਾ ਹੋਵੇ ਤੇ ਸਹੀ ਹੈ, ਸ਼ੁੱਧ ਹੈ, ਮਨ ਪਵਿੱਤਰ ਹੈ, ਥੋੜੇ 'ਚ ਵੀ ਸਬਰ ਹੈ। ਪਰ ਜਿੱਦਣ ਲਾਲਚ ਆ ਗਿਆ ਨਾ, ਮਨ ਭ੍ਰਿਸ਼ਟਿਆ ਗਿਆ, ਉਹ ਹੈ ਅਸਲ ਅਪਵਿੱਤਰਤਾ। ਜੇ ਤੁਸੀਂ ਕਿਸੇ ਅਪਵਿੱਤਰਤਾ ਤੋਂ ਆਪਣੇ ਆਪ ਨੂੰ ਬਚਾਉਣਾ ਹੈ, ਉਸ ਘਰ ਤੋਂ ਨਾ ਬਚਾਓ ਜਿਹਦੇ ਘਰ 'ਚ ਜਨਮ ਜਾਂ ਮਰਨ ਹੋਇਆ, ਬਲਕਿ ਆਪਣੇ ਮਨ ਦੀ ਉਹ ਅਵਸਥਾ ਤੋਂ ਬਚੋ ਜਦੋਂ ਮਨ ਵਿੱਚ ਲੋਭ ਆ ਜਾਂਦਾ, ਲਾਲਚ ਆ ਜਾਂਦਾ, ਉਹਦੇ ਤੋਂ ਬਚੋ। ਮਨ ਕਾ ਸੂਤਕ ਲੋਭ ਹੈ। ਮਨ ਦਾ ਭ੍ਰਿਸ਼ਟਿਆ ਜਾਣਾ, ਮਨ ਦੀ ਅਪਵਿੱਤਰਤਾ ਲਾਲਚ ਨਾਲ ਹੁੰਦੀ ਹੈ, ਇਸ ਤੋਂ ਬਚੋ। ਜਿਹਵਾ ਸੂਤਕ ਕੂੜ, ਜੀਵ ਕਿਵੇਂ ਅਪਵਿੱਤਰ ਹੁੰਦੀ ਹੈ? ਜਿਹਵਾ ਦਾ ਅਰਥ ਹੈ ਜੀਵ, ਕੂੜ ਦਾ ਅਰਥ ਹੈ ਝੂਠ। ਉਸ ਲਾਲਚ ਨੂੰ ਪੂਰੇ ਕਰਨ ਲਈ ਮਨੁੱਖ ਝੂਠ ਦਾ ਸਹਾਰਾ ਲੈਂਦਾ ਹੈ। ਹੁਣ ਇਹ ਝੂਠ ਦਾ ਸਹਾਰਾ ਲੈ ਕੇ ਜੀਵ ਭ੍ਰਿਸ਼ਟੀ ਗਈ। ਜਦੋਂ ਜੀਵ ਝੂਠ ਬੋਲਣ ਲੱਗ ਜਾਏ, ਸਮਝੋ ਵੀ ਹੁਣ ਇਹ ਅਪਵਿੱਤਰ ਹੋ ਗਈ ਹੈ। ਤੋ ਇਸ ਅਪਵਿੱਤਰਤਾ ਤੋਂ ਬਚਾਓ ਆਪਣੇ ਆਪ ਨੂੰ, ਜੇ ਬਚਾ ਸਕਦੇ ਹੋ। ਅੱਖੀ, ਇਹ ਬਹੁਵਚਨ ਹੈ, ਅੱਖੀ ਨਹੀਂ ਆਪਾਂ ਇਹਨੂੰ ਉਚਾਰਾਂਗੇ, ਆਪਾਂ ਇਹਨੂੰ ਉਚਾਰਾਂਗੇ ਅੱਖੀ, ਅੱਖਾਂ ਬਹੁਵਚਨ ਦੇ ਰੂਪ ਦੇ ਵਿੱਚ। ਅੱਖੀ ਸੂਤਕ ਵੇਖਣਾ, ਅੱਖਾਂ ਦਾ ਭ੍ਰਿਸ਼ਟੇ ਜਾਣਾ ਕੀ ਹੈ? ਜਦੋਂ ਦੇਖਿਆ ਜਾਂਦਾ ਹੈ। ਕੀ ਦੇਖਿਆ ਜਾਂਦਾ ਹੈ? ਪਾਰ ਤ੍ਰੈ, ਪਾਰ ਧਨ ਰੂਪ। ਪਰਾਈ ਇਸਤਰੀ, ਪਰਾਏ ਧਨ ਨੂੰ, ਪਰਾਏ ਰੂਪ ਨੂੰ ਦੇਖ ਕੇ ਜਦੋਂ ਅੱਖਾਂ ਲੁਭਾਹੇਮਾਨ ਹੋ ਰਹੀਆਂ ਹੁੰਦੀਆਂ ਹਨ, ਤਾਂ ਸਮਝ ਲਓ ਅੱਖਾਂ ਭ੍ਰਿਸ਼ਟੀਆਂ ਜਾ ਰਹੀਆਂ। ਇਹ ਭ੍ਰਿਸ਼ਟੀਆਂ ਜਾ ਰਹੀਆਂ ਅੱਖਾਂ, ਇਹ ਹੁਣ ਅਪਵਿੱਤਰ ਹੋ ਰਹੀਆਂ ਨੇ। ਇਹ ਅਪਵਿੱਤਰ ਹੋਈਆਂ ਅੱਖਾਂ ਤੋਂ ਬਚੋ, ਇਸ ਅਪਵਿੱਤਰਤਾ ਤੋਂ ਬਚੋ। ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ, ਇਹ ਪ੍ਰੈਕਟੀਕਲ ਗੱਲਾਂ ਨੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ। ਪ੍ਰੈਕਟੀਕਲ ਬੰਦਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦਾ ਹੈ, ਸਮਾਜ ਦੇ ਵਿੱਚ ਵਿਚਰਦਾ ਹੈ, ਕਿਸੇ ਕੰਪਨੀ 'ਚ, ਕਿਸੇ ਫੈਕਟਰੀ 'ਚ, ਕਿਸੇ ਬਿਜ਼ਨਸ ਦੇ ਵਿੱਚ ਹੈ, ਤਾਂ ਉਹਦੇ ਵਿੱਚ ਜ਼ਰੂਰੀ ਹੈ ਕਿ ਮਨ ਦੇ ਉੱਪਰ ਲਾਲਚ ਦਾ ਗੰਧ ਨਾ ਪੈਣ ਦੇਵੇ, ਭ੍ਰਿਸ਼ਟਿਆ ਜਾਏਗਾ। ਫਿਰ ਉਹ ਜੇ ਆਪਣਾ ਮਨ ਇੱਕ ਵਾਰੀ ਭ੍ਰਿਸ਼ਟਿਆ ਗਿਆ, ਫਿਰ ਉਸ ਆਪਣੀ ਭ੍ਰਿਸ਼ਟ ਤੇ ਪਰਦਾ ਪਾਉਣ ਲਈ ਜੀਵ ਦੇ ਨਾਲ ਝੂਠ ਵੀ ਬੋਲੇਗਾ। ਜੀਵ ਦੇ ਨਾਲ ਝੂਠ ਬੋਲਿਆ ਤੇ ਇਹਦੇ ਨਾਲ ਉਹਦੀ ਸਾਰੀ ਕਮਾਈ ਗੰਦੀ ਹੋ ਗਈ। ਜੇ ਉਹਦੀਆਂ ਅੱਖਾਂ ਦੇ ਵਿੱਚ ਸ਼ੁੱਧਤਾ ਨਹੀਂ ਰਹੀ, ਤਾਂ ਆਪਣੇ ਪਰਿਵਾਰ ਤੇ ਹੋਰ ਰਿਸ਼ਤਿਆਂ ਦੇ ਵਿੱਚ, ਸਮਾਜ ਵਿੱਚ ਵਿਚਰਦੇ ਹੋਏ ਉਹਦੀ ਗੰਦੀ ਨਿਗਾਹ ਉਹਨੂੰ ਭ੍ਰਿਸ਼ਟ ਕਰਕੇ ਰੱਖ ਦਿੰਦੀ ਹੈ। ਇਹ ਚੀਜ਼ਾਂ ਭ੍ਰਿਸ਼ਟ ਹੋਣ ਵਾਲੀਆਂ ਨੇ ਭਾਈ, ਇਹਨਾਂ ਤੋਂ ਬਚਣਾ ਚਾਹੀਦਾ ਹੈ। ਇਹ ਬੰਦੇ ਦੇ ਅੰਦਰ ਸੂਤਕ ਲੈ ਆਉਂਦੀਆਂ ਹਨ। ਇਹ ਹੈ ਅਸਲ ਸੂਤਕ ਜਿਸ ਤੋਂ ਬਚਣਾ ਹੈ। ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਹੇ, ਨਾਨਕ ਹੰਸਾਗਮੀ, ਬੱਦੇ ਜੰਪੁਰ ਜਾਹੇ। ਆਪ ਜੀ ਫਰਮਾਉਂਦੇ ਹਨ, ਕੰਨਾਂ ਦੇ ਵਿੱਚ ਸੂਤਕ ਕੀ ਹੈ? ਕੰਨਾਂ ਦਾ ਭ੍ਰਿਸ਼ਟ ਹੋਣਾ ਕੀ ਹੈ? ਲਾਏ ਤਵਾਰੀ ਖਾਏ। ਲਾਏ ਤਵਾਰੀ ਦਾ ਅਰਥ ਹੁੰਦਾ ਹੈ ਨਿੰਦਿਆ, ਚੁਗਲੀ, ਦੂਸਰੇ ਦੀ ਚੁਗਲੀ, ਦੂਸਰੇ ਦੀ ਨਿੰਦਿਆ। ਨਿੰਦਿਆ ਤੇ ਚੁਗਲੀ ਕੀ ਹੈ? ਦੂਸਰੇ ਦੇ ਵਿੱਚ ਜੇ ਗੁਣ ਹੋਵੇ, ਗੁਣ ਨੂੰ ਵੀ ਔਗਣ ਬਣਾ ਕੇ ਜ਼ਾਹਰ ਕਰਨਾ। ਦੇਖੋ, ਸੱਚਾਈ ਨੂੰ ਬਿਆਨ ਕਰਨਾ ਕਦੀ ਵੀ ਨਿੰਦਿਆ ਤੇ ਚੁਗਲੀ ਨਹੀਂ ਹੁੰਦਾ ਹੈ। ਉਹ ਗੁਰੂ ਸਾਹਿਬਾਨ ਜੀ ਨੇ ਕੀਤਾ। ਜਿੱਥੇ ਲੋੜ ਪਈ ਧਾਰਮਿਕ ਆਗੂਆਂ 'ਚ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਦੱਸਿਆ, ਰਾਜਨੀਤਿਕ ਆਗੂਆਂ 'ਚ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਦੱਸਿਆ, ਸਧਾਰਨ ਜਨ ਜੀਵਨ ਦੇ ਵਿੱਚ ਜਿਹੜੀਆਂ ਕਮੀਆਂ ਸਨ ਉਹਨਾਂ ਲੋਕਾਂ ਨਾਲ ਗੱਲ ਕੀਤੀ ਤੇ ਉਹਨਾਂ ਪ੍ਰਤੀ ਸੁਚੇਤ ਕਰਨਾ, ਦੱਸਣਾ। ਉਹ ਚੁਗਲੀ ਜਾਂ ਨਿੰਦਿਆ ਨਹੀਂ ਹੁੰਦੀ। ਚੁਗਲੀ ਨਿੰਦਿਆ ਕੀ ਹੈ? ਵੀ ਕਿਸੇ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਉਹਦੀ ਪਿੱਠ ਪਿੱਛੇ ਕਿਸੇ ਹੋਰਨਾਂ ਦੇ ਨਾਲ ਡਿਸਕਸ਼ਨ ਕਰਨੀ, ਉਹਨੂੰ ਨਾ ਦੱਸਣਾ ਤੇ ਹੋਰਨਾਂ ਨੂੰ ਦੱਸਣਾ। ਤੇ ਇਹ ਜਿਸ ਨੂੰ ਨਿੰਦਿਆ ਪੁਰਾਣ ਵੀ ਆਪਣੇ ਕੋਈ ਸਿੱਖ ਵਿਦਵਾਨ ਕਹਿੰਦੇ ਵੀ ਨਿੰਦਿਆ ਪੁਰਾਣ ਦੀ ਕਥਾ ਸ਼ੁਰੂ ਕਰਦੇ ਨੇ। ਤੇ ਇੱਕ ਐਸਾ ਇਹ ਹੈ ਸੁਣਨ ਵਾਲਾ ਵੀ ਪੂਰਾ ਕੰਨ ਦੇ ਕੇ ਸੁਣਦਾ, ਧਿਆਨ ਦੇ ਕੇ ਸੁਣਦਾ ਵੀ ਆਹ ਅੱਜ ਤੇ ਬੜੀ ਵਧੀਆ ਗੱਲ ਪਤਾ ਲੱਗ ਗਈ ਹੈ। ਤੋ ਇਹ ਸਾਡੇ 'ਚ ਵੀ ਬਹੁਤ ਕਮੀ ਆ ਰਹੀ ਹੈ। ਤੇ ਮੇਰੇ ਤਜਰਬੇ ਦੇ ਵਿੱਚ ਇਹ ਗੱਲ ਆਈ ਹੈ, ਜਿੱਦਾਂ ਵੀ ਕਿਤੇ ਕੋਈ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ, ਮੈਂ ਦੇਖਿਆ ਉਹ ਕਹਿੰਦੇ ਵੀ ਜਿਹੜੀ ਗੱਲ
ਕੋਈ ਗੁਰਦੁਆਰਾ ਸਾਹਿਬ ਪਹੁੰਚ ਗਈ, ਉੱਥੋਂ ਕਹਿੰਦੇ ਸਾਰੇ ਪਿੰਡ 'ਚ ਪਹੁੰਚ ਜਾਂਦੀ ਹੈ। ਜੇ ਕੋਈ ਗੁਰਦੁਆਰੇ ਬਹੁਤ ਲੋਕ ਜਾਂਦੀ ਹੈ, ਇਸ ਕਰਕੇ ਵੀ ਇੱਥੋਂ ਕੋਈ ਪਤਾ ਲੱਗੇ ਤੇ ਆਲੇ ਦੁਆਲੇ ਪਿੰਡ ਦੇ ਵਿੱਚ ਕੀ ਹੋ ਰਿਹਾ, ਉੱਥੋਂ ਜਾ ਕੇ ਉੱਦਾਂ ਦੀਆਂ ਗੱਲਾਂ ਕਰਦੇ। ਜਿਸ ਅਸਥਾਨ ਤੇ ਜਾ ਕੇ ਮੇਰੇ ਪਾਤਸ਼ਾਹ ਨੇ ਕਿਹਾ ਸੀ, ਏ ਸ਼ਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੁਹਾਨੂੰ ਸਰੀਰ ਨਾਲ ਤਾਂ ਲਾਇਆ, ਸੱਚੀ ਬਾਣੀ ਸੁਣੋ। ਪਰ ਉੱਥੇ ਜਾ ਕੇ ਨਿੰਦਿਆ, ਔਗਣ, ਕਮੀ, ਇਹ ਚੀਜ਼ਾਂ ਦੀ ਉੱਥੋਂ ਆਪਣੀ ਝੋਲੀ ਭਰ ਕੇ ਲੈ ਕੇ ਆ ਗਏ। ਫਿਰ ਮਨੁੱਖ ਕਹਿੰਦਾ ਮੇਰੇ ਕਾਰਜ ਨਹੀਂ ਰਾਸ ਹੁੰਦੇ, ਮੇਰੇ ਮਨ ਨੂੰ ਟਿਕਾਊ ਨਹੀਂ ਹੈ। ਤੋ ਕਿਤੇ ਵੀ ਜਾਂਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਕਿਹਾ ਸਾਂਝ ਕਰੀਜੈ ਗੁਣੈ ਚੋਰੀ, ਛੋੜ ਔਗਣ ਚੱਲੀਏ। ਕੋਸ਼ਿਸ਼ ਕਰੋ ਗੁਣਾਂ ਦੀ ਸਾਂਝ ਕੀਤੀ ਜਾਏ, ਔਗਣਾਂ ਨੂੰ ਛੱਡਿਆ ਜਾਏ। ਹਾਲਾਂਕਿ ਸੌਖਾ ਨਹੀਂ ਹੈ, ਨਾ ਤੁਸੀਂ ਨਾ ਮੈਂ ਆਪਾਂ ਕਹੀਏ ਵੀ ਇੱਕੋ ਦਮ ਕੋਈ ਆਪਣੇ ਆਪ ਨੂੰ ਇੰਨਾ ਇੰਪਰੂਵ ਕਰ ਲਏਗਾ, ਇਸ ਤਰ੍ਹਾਂ ਤੇ ਨਹੀਂ ਹੁੰਦਾ ਹੈ। ਪਰ ਰੋਜ਼ਾਨਾ ਗੁਰਬਾਣੀ ਪੜ੍ਹਨ ਦਾ, ਸਤਸੰਗਤ ਕਰਨ ਦਾ, ਬਾਣੀ ਸੁਣਨ ਦਾ ਉਹਦਾ ਹੈ। ਇਹਦਾ ਕਾਰਨ ਇਹ ਹੈ ਵੀ ਅਸੀਂ ਹੌਲੀ ਹੌਲੀ ਆਪਣੇ ਆਪ ਨੂੰ ਇੰਪਰੂਵ ਕਰੀਏ, ਇਸ ਪਾਸੇ ਨੂੰ ਲੈ ਕੇ ਚੱਲੀਏ। ਤਾਂ ਮੇਰੇ ਪਾਤਸ਼ਾਹ ਜੀ ਕਹਿ ਰਹੇ ਹਨ, ਫਰਮਾ ਰਹੇ ਹਨ, ਤੁਹਾਡੇ ਕੰਨ ਉਦੋਂ ਭ੍ਰਿਸ਼ਟੇ ਜਾਂਦੇ ਹਨ ਜਦੋਂ ਇਹ ਨਿੰਦਿਆ ਲਾਏ ਤਵਾਰੀ ਖਾਹੇ। ਇਹ ਖਾਂਦੇ ਹੈ, ਨਿੰਦਿਆ ਨੂੰ ਖਾ ਰਹੇ ਨੇ। ਕੱਲੀ ਜੀਭ ਨਹੀਂ ਖਾਂਦੀ, ਕੰਨ ਵੀ ਖਾ ਰਹੇ ਆ। ਅੱਖਾਂ ਦੇ ਜ਼ਰੀਏ ਵੀ ਮਨੁੱਖ ਖਾਂਦਾ ਹੈ। ਇਹ ਗਿਆਨ ਇੰਦਰੀ ਨੇ ਜਿਨ੍ਹਾਂ ਦੇ ਜ਼ਰੀਏ ਮਨੁੱਖ ਖਾਂਦਾ। ਨੱਕ ਦੇ ਜ਼ਰੀਏ ਵੀ ਸਮੈਲ ਲੈ ਕੇ ਕਿਸੇ ਚੀਜ਼ ਦੇ ਟੇਸਟ ਨੂੰ ਖਾਂਦਾ ਹੈ। ਤੋ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਆਬਜ਼ਰਵ ਕਰਦਾ ਹੈ, ਚੀਜ਼ਾਂ ਬਾਹਰੋਂ ਇਹ ਗਿਆਨ ਇੰਦਰੀਆਂ ਦੇ ਜ਼ਰੀਏ, ਤੇ ਫਿਰ ਉਹੀ ਚੀਜ਼ਾਂ ਹੌਲੀ ਹੌਲੀ ਉਹਦੇ ਜੀਵਨ 'ਚ ਦਿਖਾਈ ਦੇਣ ਲੱਗ ਜਾਂਦੀਆਂ ਹਨ। ਤੋ ਪਾਤਸ਼ਾਹ ਜੀ ਫਰਮਾ ਰਹੇ ਹਨ, ਜਦੋਂ ਮਨੁੱਖ ਨਿੰਦਿਆ ਵਿੱਚ ਪੈ ਜਾਂਦਾ ਹੈ ਤਾਂ ਫਿਰ ਉਹ ਭ੍ਰਿਸ਼ਟਿਆ ਜਾਂਦਾ ਹੈ। ਤੇ ਇਹਦੇ ਨਾਲ ਮਹਾਰਾਜ ਜੀ ਹੁੰਦਾ ਕੀ ਹੈ, ਫਿਰ ਰਿਜ਼ਲਟ ਕੀ ਨਿਕਲਦਾ ਹੈ? ਜਿਵੇਂ ਉਸ ਵੇਲੇ ਦਾ ਪੁਜਾਰੀ ਜਾਂ ਧਾਰਮਿਕ ਆਗੂ ਕਹਿੰਦਾ ਸੀ ਵੀ ਭ੍ਰਿਸ਼ਟੇ ਗਏ ਜੀ, ਧਰਮ ਕਰਮ ਨਸ਼ਟ ਹੋ ਗਿਆ। ਮਹਾਰਾਜ ਇਹਦੇ ਨਾਲ ਕੀ ਹੋਏਗਾ? ਗੁਰੂ ਸਾਹਿਬ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਮਨ 'ਚ ਲੋਭ ਦਾ ਸੂਤਕ ਹੈ, ਲੋਭ ਦੀ ਗੰਦਗੀ ਆ ਗਈ, ਜੀਵ ਤੇ ਝੂਠ ਦੀ ਅਪਵਿੱਤਰਤਾ ਹੈ, ਅੱਖਾਂ ਦੇ ਵਿੱਚ ਪਰਾਇਆ ਤਨ ਤੇ ਪਰਾਇਆ ਧਨ ਦੇਖਣ ਦੀ ਅਪਵਿੱਤਰਤਾ ਆ ਗਈ, ਕੰਨਾਂ ਦੇ ਵਿੱਚ ਚੁਗਲੀ ਸੁਣਨ ਦੇ ਚਸਕੇ ਦੀ ਅਪਵਿੱਤਰਤਾ ਆ ਗਈ। ਜੇ ਇਹ ਅਪਵਿੱਤਰਤਾ ਆ ਗਈ, ਇਹਦਾ ਰਿਜ਼ਲਟ ਪਤਾ ਕੀ ਨਿਕਲੇਗਾ? ਆਪ ਜੀ ਫਰਮਾਉਂਦੇ ਹਨ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹਿ। ਹੇ ਨਾਨਕ, ਹੰਸਾਂ ਵਰਗੇ ਆਦਮੀ, ਜੀਵ, ਮਨੁੱਖਾ ਜਨਮ ਬੜਾ ਵਧੀਆ, ਹੰਸਾਂ ਵਰਗਾ ਪਵਿੱਤਰ ਸੋਹਣਾ ਜਨਮ ਮਿਲਿਆ ਸੀਗਾ। ਜਾਂ ਹੰਸਾਂ ਵਰਗੇ ਬਾਹਰੋਂ ਸਾਫ਼ ਸੁਥਰੇ ਚੰਗੇ ਦਿਖਾਈ ਦੇਣ ਵਾਲੇ ਸਮਾਜ ਦੇ ਵਿੱਚ ਬੜੇ ਵਧੀਆ ਵੀ, ਆਹ ਬਹੁਤ ਵਧੀਆ, ਇਹ ਤਾਂ ਸਾਫ਼ ਸੁਥਰਾ ਬੰਦਾ ਰਹਿੰਦਾ ਹੈ। ਪਰ ਜਦੋਂ ਆਹ ਗੁਣ ਉਹਦੇ ਜੀਵਨ 'ਚ ਵਰਤੇ, ਬੱਧੇ ਜਾਮਪੁਰ ਜਾਹੇ, ਉਹ ਬੰਨੇ ਹੋਏ ਫਿਰ ਜਮਾਂ ਦੀ ਪੁਰੀ ਵਿੱਚ ਗਏ। ਮੌਤ ਦਾ ਦੁੱਖ ਸਹਾਰਨਾ ਪਿਆ ਤੇ ਉਹਨਾਂ ਦਾ ਜੀਵਨ ਚੰਗਾ ਸਫਲਾ ਨਹੀਂ ਮੰਨਿਆ ਗਿਆ। ਬਾਹਰੋਂ ਚਾਹੇ ਹੰਸਾਂ ਵਾਂਗੂ ਸਾਫ਼ ਤੇ ਪਵਿੱਤਰ ਦਿਖਾਈ ਦਿੱਤੇ, ਪਰ ਅੰਦਰੋਂ ਉਹ ਇਹਨਾਂ ਅਪਵਿੱਤਰਤਾ ਨਾਲ ਲਿਬੜੇ ਹੋਏ ਸਨ। ਹਾਂਜੀ। ਮਹਿਲਾ ਪਹਿਲਾ। ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤਾਂ ਉਹਨਾਂ ਦਾ ਸ਼ੰਕਾ ਗੁਰੂ ਸਾਹਿਬ ਨੇ ਦੂਰ ਕਰ ਦਿੱਤਾ ਵੀ ਪਹਿਲੀ ਗੱਲ ਤੇ ਸੂਤਕ ਤੋਂ ਬਚਿਆ ਨਹੀਂ ਜਾ ਸਕਦਾ ਹੈ। ਇਹ ਤੇ ਰਸੋਈ ਵਿੱਚ ਯੂਜ਼ ਕਰਨ ਵਾਲੇ ਸਾਰੀਆਂ ਚੀਜ਼ਾਂ ਦੇ ਵਿੱਚ ਜੀਵ ਹੁੰਦੇ ਹੀ ਹਨ। ਦੂਜਾ ਅਸਲ ਸੂਤਕ ਜਿਹੜਾ ਹੈ ਉਹ ਬੰਦੇ ਦੇ ਔਗਣ ਹਨ। ਹੁਣ ਤੀਜੀ ਗੱਲ ਫਿਰ ਗੁਰੂ ਸਾਹਿਬ ਦੇ ਕੋਲੇ ਉਹਨਾਂ ਨੇ ਕਹੀ, ਕਹਿੰਦੇ ਗੁਰੂ ਮਹਾਰਾਜ ਜੀ ਵੀ ਜਦੋਂ ਜਨਮ ਹੁੰਦਾ ਹੈ ਜਾਂ ਮੌਤ ਹੁੰਦੀ ਹੈ, ਜੇ ਇਨਸਾਨ ਦੇ ਜਨਮ ਤੇ ਮੌਤ ਨਾਲ ਇਸ ਨੂੰ ਜੋੜਿਆ ਜਾਏ, ਸੂਤਕ ਅਤੇ ਪਾਤਕ ਨਾਲ, ਵੀ ਇਹਨੂੰ ਕੁਝ ਨਾ ਕੁਝ ਤਾਂ ਫਿਰ ਮੰਨਣਾ ਪਏਗਾ ਵੀ ਹੈ ਕਿ ਇਹਦੇ ਨਾਲ ਵੀ ਤਾਂ ਕੁਝ ਨਾ ਕੁਝ ਜੋੜਨਾ ਪਏਗਾ ਸਾਨੂੰ। ਇਹਦੇ ਬਾਰੇ ਸਮਝਾਓ ਆਪ ਜੀ ਦੇ ਕੀ ਵਿਚਾਰ ਨੇ। ਹੁਣ ਮੇਰੇ ਪਾਤਸ਼ਾਹ ਜੀ ਬਾਕਾਇਦਾ ਮਨੁੱਖ ਦੇ ਜਨਮ ਅਤੇ ਮਰਨ ਦਾ ਸਿਧਾਂਤ ਸਮਝਾਉਣ ਲੱਗੇ ਨੇ। ਤੀਸਰਾ ਸ਼ਲੋਕ ਹੈ ਇਹ, ਮਹਿਲਾ ਪਹਿਲਾ। ਸਭੋ ਸੂਤਕ ਭਰਮ ਹੈ, ਸਭ ਤੋਂ ਵੱਡਾ ਸੂਤਕ, ਸਭ ਤੋਂ ਵੱਡੀ ਅਪਵਿੱਤਰਤਾ ਉਹ ਜੀਵ ਦੇ ਅੰਦਰ ਪੈਦਾ ਹੋਇਆ ਭਰਮ ਹੈ। ਭਰਮ ਦੇ ਨਾਲ ਕੀ ਹੋਇਆ? ਦੂਜਾ ਲੱਗਿਆ ਜਾਏ। ਉਹ ਇੱਕ ਓੰਕਾਰ ਨੂੰ ਛੱਡ ਕੇ ਦੂਜੇ ਪਾਸੇ ਜਾ ਕੇ ਲੱਗ ਜਾਂਦਾ। ਜਦੋਂ ਦਾ ਖਿਆਲ, ਉਹਦੀ ਸੋਚ, ਉਹਦੇ ਵਿਚਾਰ ਕਿਸੇ ਦੂਜੇ ਪਾਸੇ ਚਲੇ ਗਏ, ਸਭ ਤੋਂ ਵੱਡਾ ਇਹ ਸੂਤਕ ਆ ਗਿਆ ਜੀਵਨ ਦੇ ਵਿੱਚ।
ਇਹ ਭਰਮ ਦਾ ਖਿਆਲ ਹੈ ਬਸ ਤੁਹਾਡੇ ਜੀਵਨ 'ਚ। ਤੁਸੀਂ ਇਹ ਭਰਮ ਨਹੀਂ ਛੱਡਣਾ ਚਾਹੁੰਦੇ। ਜਿਹੜੇ ਭਰਮਾਂ ਦੇ ਨਾਲ ਬੰਦਾ ਜਿਉਂਦਾ ਹੁੰਦਾ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ। ਈਵਨ ਦੇਖ ਲਓ ਕਿ ਕਿਸੇ ਪੰਛੀ ਨੂੰ ਬਹੁਤਾ ਸਮਾਂ ਪਿੰਜਰੇ ਵਿੱਚ ਰੱਖਿਆ ਹੋਵੇ, ਉਹ ਪਿੰਜਰੇ ਦਾ ਜੇ ਦਰਵਾਜ਼ਾ ਖੋਲ੍ਹ ਵੀ ਦਿੱਤਾ ਜਾਏ ਉਹ ਪੰਛੀ ਉੱਡਦਾ ਨਹੀਂ ਹੈ, ਕਿਉਂਕਿ ਉਹਦੇ ਨਾਲ ਹੀ ਉਹ ਯੂਜ਼ ਟੂ ਹੋ ਚੁੱਕਿਆ, ਜਾਂ ਉਹਦੇ ਨਾਲ ਇੱਕ ਰੂਪ ਦਾ ਧਾਰਨ ਕਰ ਚੁੱਕਿਆ, ਜਾਂ ਉਹਦਾ ਉਹ ਕਹਿ ਲਓ ਵੀ ਉਹ ਆਦੀ ਹੋ ਚੁੱਕਿਆ ਉਸ ਚੀਜ਼ ਦਾ। ਤੋ ਇੱਦਾਂ ਹੀ ਮਨੁੱਖ ਕੁਝ ਇੱਕ ਕਰਮ ਕਾਂਡਾਂ ਦਾ, ਸੰਸਿਆਂ ਦਾ, ਮਨ ਦੇ ਵਿਸ਼ਿਆਂ ਦਾ ਆਦੀ ਹੋ ਜਾਂਦਾ ਹੈ ਤੇ ਛੱਡਣੇ ਨਹੀਂ ਚਾਹੁੰਦਾ ਹੈ। ਉਸੇ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਚਾਹੁੰਦਾ, ਉਸੇ ਦਾਇਰੇ ਵਿੱਚ ਹੀ ਉਹ ਘੁੰਮਣਾ ਚਾਹੁੰਦਾ। ਤੋ ਇੱਦਾਂ ਹੀ ਮਨੁੱਖ ਧਰਮ ਦੇ ਤੌਰ 'ਤੇ ਵੀ ਉਹਦੀਆਂ ਚੀਜ਼ਾਂ 'ਚ ਉਲਝਿਆ ਰਹਿਣਾ ਚਾਹੁੰਦਾ। ਤਾਂ ਗੁਰੂ ਸਾਹਿਬ ਕਹਿੰਦੇ ਤੁਹਾਡੇ ਅੰਦਰ ਇਹ ਭਰਮ ਹੈ ਤੇ ਤੁਸੀਂ ਭਰਮ ਦੇ ਵਿੱਚ ਫਸੇ ਹੋਏ ਹੋ। ਇਹ ਚੀਜ਼ ਇੱਦਾਂ ਨਹੀਂ ਹੈ ਜਿਵੇਂ ਤੁਸੀਂ ਸਮਝ ਰਹੇ ਹੋ। ਕਹਿੰਦੇ ਜਨਮ ਮਰਨ ਕੁਛ ਤਾਂ ਹੋਵੇਗਾ। ਤਾਂ ਪਾਤਸ਼ਾਹ ਜੀ ਫਰਮਾਉਂਦੇ ਹਨ, ਪਹਿਲੀ ਗੱਲ ਕਹੀ, ਸਭੋ ਸੂਤਕ ਭਰਮ ਹੈ, ਦੂਜਾ ਲੱਗਿਆ ਜਾਏ ਜੰਮਣ ਮਰਨਾ। ਨਾਣੇ ਨਾਲ ਉਚਾਰਨ ਹੈ ਇੱਥੇ ਸਾਰੇ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਜੀਵ ਦਾ ਜਨਮ ਲੈਣਾ ਅਤੇ ਮਰਨ ਲੈਣਾ ਇਹ ਰੱਬ ਜੀ ਦਾ ਵੱਡਾ ਹੁਕਮ ਹੈ। ਉਹਦੇ ਭਾਣੇ, ਉਹਦੀ ਰਜ਼ਾ ਦੇ ਵਿੱਚ ਹੀ ਜੀਵ ਆਉਂਦੇ ਹਨ ਤੇ ਸੰਸਾਰ ਤੋਂ ਚਲੇ ਜਾਂਦੇ ਹਨ। ਖਾਣਾ ਪੀਣਾ ਪਵਿੱਤਰ ਹੈ, ਦਿਤੋਣ ਰਿਜ਼ਕ ਸਵਾਹੇ। ਨਾਨਕ ਜਿਨੀ ਗੁਰਮੁਖ ਬੁਝਿਆ, ਤਿਨ੍ਹਾ ਸੂਤਕ ਨਾਹੀ। ਤੇ ਜੀਵ ਦਾ ਆਉਣਾ ਤੇ ਚਲੇ ਜਾਣਾ ਉਹਦਾ ਹੁਕਮ ਹੈ। ਗੁਰਮੁਖ ਉਹਦੇ ਹੁਕਮ ਨੂੰ ਬੁੱਝ ਲੈਂਦਾ ਵੀ ਕਦੇ ਵੀ ਜਨਮ ਅਤੇ ਮਰਨ ਨੂੰ ਰੋਕਿਆ ਨਹੀਂ ਜਾ ਸਕਦਾ। ਸੰਸਾਰ ਇੱਦਾਂ ਹੀ ਚੱਲ ਰਿਹਾ ਹੈ, ਇਹਦੀ ਕਾਰ ਮਰਿਆਦਾ ਹੀ ਇੱਦਾਂ ਬਣਾਈ ਹੈ। ਬਾਕੀ ਜਿਹੜਾ ਤੁਸੀਂ ਖਾਣ ਪੀਣ ਨੂੰ ਜਨਮ ਅਤੇ ਮਰਨ ਦੇ ਨਾਲ ਜੋੜਿਆ ਤਾਂ ਮਹਾਰਾਜ ਜੀ ਨੇ ਫਰਮਾਇਆ ਖਾਣਾ ਪੀਣਾ ਪਵਿੱਤਰ ਹੈ। ਖਾਣਾ ਪੀਣਾ ਕਦੇ ਵੀ ਭ੍ਰਿਸ਼ਟੀ ਹੋਈ ਚੀਜ਼ ਨਹੀਂ ਹੈ। ਜਿਸ ਨੇ ਸਰੀਰ ਨੂੰ એનર્ਜੀ ਦੇਣੀ ਹੈ, ਤਾਕਤ ਦੇਣੀ ਹੈ, ਉਹ ਭੋਜਨ ਹਮੇਸ਼ਾ ਹੀ ਪਵਿੱਤਰ ਹੈ। ਦਿਤੋਣ ਰਿਜ਼ਕ ਸੰਬਾਹੇ। ਸੰਬਾਹੇ ਕਹੀਏ ਸਾਰਿਆਂ ਨੂੰ ਇਕੱਠਾ ਕਰਕੇ ਵਾਹਿਗੁਰੂ ਜੀ ਨੇ ਸਾਰੇ ਜੀਵਾਂ ਨੂੰ ਜਿਹੜਾ ਹੈ ਰਿਜ਼ਕ ਦਿੱਤਾ ਹੋਇਆ ਹੈ। ਇਹ ਰਿਜ਼ਕ ਪਵਿੱਤਰ ਹੈ। ਇਹਨੂੰ ਜਨਮ ਮਰਨ ਦੇ ਨਾਲ ਜੋੜ ਕੇ ਛੱਡਣਾ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਨੂੰ ਇਹਦੇ ਨਾਲ ਜੋੜ ਲੈਣਾ, ਇਹ ਤੁਹਾਡੇ ਮਨ ਦਾ ਵਹਿਮ ਹੈ। ਨਾਨਕ ਜਿਨੇ ਉਚਾਰਨ ਹੈ ਜੀ, ਜਿਨੇ ਗੁਰਮੁਖ ਬੁਝਿਆ। ਗੁਰਮੁਖ ਕਹੀਏ ਉਹ ਮਨੁੱਖ ਜਿਹਦਾ ਮੁਖ ਗੁਰੂ ਵੱਲ ਨੂੰ ਹੈ। ਜਿਸ ਮਨੁੱਖ ਦਾ ਮੁਖ ਗੁਰੂ ਵੱਲ ਨੂੰ ਹੈ, ਉਹ ਅਸਲ ਗੱਲ ਦੇ ਭੇਦ ਨੂੰ ਸਮਝ ਜਾਂਦਾ ਹੈ ਕਿ ਜਨਮ ਅਤੇ ਮਰਨ ਤਾਂ ਰੱਬ ਦਾ ਹੁਕਮ ਹੈ, ਇਹ ਸਦਾ ਹੀ ਚੱਲਦੇ ਰਹਿਣਾ ਹੈ। ਜਨਮ ਅਤੇ ਮਰਨ ਕਰਕੇ ਖਾਣ ਪੀਣ ਦੀ ਜਿਹੜੀ ਹੈ ਕੋਈ ਵਹਿਮਾਂ ਦੇ ਵਿੱਚ ਪੈ ਜਾਣਾ ਇਹ ਨਹੀਂ ਚਾਹੀਦਾ ਹੈ। ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਤਿੰਨਾਂ ਸੂਤਕ ਨਾਹੇ, ਉਹਨਾਂ ਨੂੰ ਸੂਤਕ ਦਾ ਭਰਮ ਨਹੀਂ ਹੁੰਦਾ ਹੈ। ਤੋ ਇਸ ਤਰ੍ਹਾਂ ਗਰੀਬ ਨਵਾਜ ਜੀ ਨੇ ਜਦੋਂ ਸਮਝਾਇਆ, ਕੁਝ ਇੱਕ ਧਾਰਮਿਕ ਆਗੂ ਬੈਠ ਗਏ, ਲੋਕੀ ਬੈਠ ਗਏ, ਕੁਝ ਇੱਕ ਚਲੇ ਗਏ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਬੈਠ ਕੇ ਫਿਰ ਜਿਹੜਾ ਖੱਤਰੀ ਸੀ ਚੰਨਨ ਮੰਡ, ਉਹਦੇ ਕੋਲ ਪ੍ਰਸ਼ਾਦਾ ਛਕਿਆ ਤੇ ਉਹਨੇ ਗੁਰੂ ਮਹਾਰਾਜ ਦਾ ਬਹੁਤ ਸ਼ੁਕਰ ਕੀਤਾ। ਤੇ ਉਸ ਖੱਤਰੀ ਨੇ ਗੁਰੂ ਮਹਾਰਾਜ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਆਪਣੇ ਮੇਰੀ ਪੈਜ ਰੱਖੀ, ਮੇਰੇ ਸਿਰ ਤੇ ਮਿਹਰ ਭਰਾ ਹੱਥ ਰੱਖਿਓ। ਗੁਰੂ ਸਾਹਿਬ ਜੀ ਨੇ ਉਹਨੂੰ ਕਿਹਾ ਕਿ ਭਾਈ ਪਰਮਾਤਮਾ ਦਾ ਨਾਮ ਜਪੋ, ਵਹਿਮ ਭਰਮ ਕਰਮ ਕਾਂਡ ਛੱਡ ਕੇ ਚੱਲੋ ਤੇ ਤੁਹਾਡਾ ਦੀਵੇ ਨਾਲ ਦੀਵਾ ਜਗਦਾ ਰਹੇਗਾ। ਤੇ ਭਾਵ ਕਿ ਤੁਹਾਡੇ ਘਰ ਇਸੇ ਤਰ੍ਹਾਂ ਅੱਗੇ ਦੀ ਅੱਗੇ ਪੀੜ੍ਹੀ ਵੰਸ਼ ਚੱਲਦੀ ਰਹੇਗੀ। ਅੱਜ ਉਸ ਖੱਤਰੀ ਦੀ 11ਵੀਂ ਪੀੜ੍ਹੀ ਉਸ ਅਸਥਾਨ ਦੇ ਉੱਪਰ ਰਹਿੰਦੀ ਹੈ ਤੇ ਜਿੱਥੇ ਗੁਰਦੁਆਰਾ ਚਵਾਰਾ ਸਾਹਿਬ ਬਣਿਆ ਹੋਇਆ ਹੈ। ਤੇ ਉਹ ਪੀੜ੍ਹੀ ਦੇ ਜਿਹੜੇ ਲੋਕੀ ਹਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਪੂਰਨ ਵਿਸ਼ਵਾਸ ਤੇ ਭਰੋਸਾ ਰੱਖਦੇ ਹਨ। ਨਗਰ ਛਿੰਟਾਂ ਵਾਲਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹ ਨਗਰ ਹੈ। ਤੋ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਉਸ ਪਰਿਵਾਰ ਦੇ ਵਿੱਚ ਇੱਕ ਹੀ ਬੇਟਾ ਅੱਗੇ ਦੀ ਅੱਗੇ ਜਨਮ ਲੈਂਦਾ ਤੇ ਬੇਟੀਆਂ ਵੀ ਹੁੰਦੀਆਂ ਨੇ, ਪਰ ਬੇਟਾ ਇੱਕੇ ਹੁੰਦਾ ਉਹਨਾਂ ਦੇ ਦੱਸਣ ਮੁਤਾਬਕ। ਕਿਉਂਕਿ ਪਿਛਲੇ ਦਿਨ ਇੱਕ ਨਿਊਜ਼ਪੇਪਰ 'ਚ ਖਬਰ ਵੀ ਲੱਗੀ ਸੀ ਤੇ ਉਹਦੇ ਅਕੋਰਡਿੰਗ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰ ਰਿਹਾ ਹਾਂ। ਤੋ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਰਮ 'ਚੋਂ ਸਾਨੂੰ ਕੱਢਿਆ ਹੈ ਤੇ ਆਪਣੇ ਸਿੱਖਾਂ ਦੇ ਵਿੱਚ ਇਸ ਚੀਜ਼ ਦਾ ਕੋਈ ਵੀ ਵਹਿਮ ਨਹੀਂ ਹੈ। ਕਈ ਲੋਕੀ ਵਹਿਮ ਕਰ ਜਾਂਦੇ ਹਨ। ਜਿਸ ਤਰ੍ਹਾਂ ਕਈ ਵਾਰੀ ਗੁਰਦੁਆਰਾ ਸਾਹਿਬ ਆ ਕੇ ਵੀ ਸਾਨੂੰ ਪਰਿਵਾਰ ਦੱਸਦਾ ਹੈ ਕਿ ਬੱਚੇ ਦਾ ਜਨਮ ਹੋਇਆ, ਹੁਣ ਜਿਹੜੀ ਬੱਚੇ ਦੀ ਮਾਤਾ ਉਹਨੂੰ ਚੌਂਕੇ ਚੜਾਉਣਾ ਹੈ, ਬਾਬਾ ਜੀ ਇਹਦਾ ਕੀ ਪਾਠ ਹੁੰਦਾ ਹੈ, ਬਾਬਾ ਜੀ ਇਹਦੀ ਕੀ ਅਰਦਾਸ ਕਰੀਏ। ਤੇ ਉਹਨਾਂ ਨੂੰ ਦੱਸੀਦਾ ਹੈ ਕਿ ਇਹਦੇ ਬਾਰੇ ਆਪਣੇ ਵਿੱਚ ਕੋਈ ਇਸ ਤਰ੍ਹਾਂ ਦਾ ਵਹਿਮ ਭਰਮ ਨਹੀਂ ਹੈ, ਬਲਕਿ ਰਹਿਤ ਮਰਿਆਦਾ ਵਿੱਚ ਲਿਖਿਆ
ਕਿ ਜਦੋਂ ਮਾਤਾ ਉੱਠਣ ਬੈਠਣ ਦੇ ਯੋਗ ਹੋ ਜਾਵੇ, ਗੁਰਦੁਆਰਾ ਸਾਹਿਬ ਆ ਕੇ ਸਾਰਾ ਪਰਿਵਾਰ ਜੇ ਬੱਚੇ ਦਾ ਨਾਮ ਰੱਖ ਲਿਆ, ਕਈ ਵਾਰੀ ਪਹਿਲਾਂ ਆਪਾਂ ਨੂੰ ਰੱਖਣਾ ਪੈਂਦਾ ਅੱਜ ਕੱਲ੍ਹ, ਨਹੀਂ ਫਿਰ ਆ ਕੇ ਅਰਦਾਸ ਕਰਾਓ, ਕੜਾ ਪ੍ਰਸ਼ਾਦੀ ਦੇ ਕਰਾਓ ਤੇ ਮਹਾਰਾਜ ਜੀ ਦਾ ਸ਼ੁਕਰਾਨਾ ਕਰੋ। ਤੇ ਦੂਜਾ ਹੈ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦੇ ਉਦੋਂ ਵੀ ਭਿੱਟ ਨਹੀਂ ਮੰਨਣੀ, ਬਲਕਿ ਇਹ ਆਪਣੇ ਵਿੱਚ ਪ੍ਰਸਿੱਧ ਹੈ। ਜਦੋਂ ਜ਼ਕਰੀਆ ਖਾਨ ਦੇ ਨਾਲ ਨਾਦਰ ਸ਼ਾਹ ਦੀ ਗੱਲਬਾਤ ਹੋਈ ਤਾਂ ਉਸ ਵੇਲੇ ਵੀ ਉਹਨੇ ਕਿਹਾ ਸੀ ਵੀ ਇਹਨਾਂ ਦੇ ਮਰਨ ਤੇ ਕੀ ਕਰਦੇ ਹੈ, ਤਾਂ ਜ਼ਕਰੀਆ ਖਾਨ ਨੇ ਗੱਲ ਕਹੀ ਸੀ ਕਿ ਮਰਨ ਵੇਲੇ ਵੀ ਇਹ ਕੜਾਹ ਪ੍ਰਸ਼ਾਦ ਬਣਾ ਕੇ ਵੰਡਦੇ ਹਨ। ਤਾਂ ਮਰਿਆਂ ਤੇ ਵੀ ਕੋਈ ਚੜ੍ਹਾਈ ਕਰ ਦਿੰਦਾ ਹੈ ਤਾਂ ਆਮ ਤੌਰ ਤੇ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਹੈ, ਅਲਾਣੀਆਂ ਦਾ ਪਾਠ ਕਰਕੇ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਵੰਡਦੇ ਹਾਂ। ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਨਹੀਂ ਕੀਤਾ ਜਾਂਦਾ ਕਿ ਇੱਥੋਂ ਕੁਝ ਖਾਣਾ ਨਹੀਂ ਜਾਂ ਕਿਸ ਤਰ੍ਹਾਂ ਹੈ। ਹਾਂ, ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ, ਜੇ ਉਹਦੇ ਕੋਲ ਕੋਈ ਜ਼ਿਆਦਾ ਟਾਈਮ ਰਹਿ ਰਿਹਾ ਹੈ, ਸਰੀਰ ਨੂੰ ਸੰਸਕਾਰ ਕਰਨ ਜਾ ਰਿਹਾ, ਇਹਨਾਂ ਦੇਸ਼ਾਂ ਵਿੱਚ ਤਾਂ ਹਿਸਾਬ ਹੋ ਰਿਹਾ, ਇੰਡੀਆ 'ਚ ਹਿਸਾਬ ਹੋ ਰਿਹਾ, ਤਾਂ ਜਿਹੜਾ ਬੰਦਾ ਬਹੁਤਾ ਸਮਾਂ ਉਹਦੇ ਕੋਲ ਰਿਹਾ, ਉਹਨੂੰ ਜ਼ਰੂਰ ਹੁੰਦਾ ਵੀ ਚਲੋ ਬਾਅਦ ਵਿੱਚ ਇਸ਼ਨਾਨ ਸੰਸਕਾਰ ਤੋਂ ਉਪਰੰਤ ਉਹ ਇਸ਼ਨਾਨ ਪਾਣ ਕਰਕੇ ਆਪਣਾ ਸਰੀਰ ਸਾਫ਼ ਕਰ ਲੈ। ਇਹ ਹੋ ਸਕਦਾ ਉਹ ਸਫਾਈ ਨੂੰ ਮੁੱਖ ਰੱਖ ਕੇ ਹੈ, ਵਹਿਮ ਨੂੰ ਮੁੱਖ ਰੱਖ ਕੇ ਨਹੀਂ ਹੈ। ਤੋ ਸਿੱਖ ਧਰਮ ਦੇ ਵਿੱਚ ਕਿਸੇ ਪ੍ਰਕਾਰ ਦੇ ਵਹਿਮ ਭਰਮ ਨੂੰ ਕੋਈ ਥਾਂ ਨਹੀਂ। ਜੇਕਰ ਆਪਾਂ ਮੰਨਦੇ ਹਾਂ ਤਾਂ ਉਹਦੇ 'ਚ ਆਪਣੀ ਸਮਝ ਵਿੱਚ ਕੋਈ ਕਮੀ ਹੋ ਸਕਦੀ ਹੈ। ਤੋ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਸੂਤਕ ਅਤੇ ਪਾਤਕ ਦੇ ਭਰਮ ਨੂੰ ਦੂਰ ਕੀਤਾ ਤੇ ਇਹ ਫਰਮਾਇਆ, ਜੰਮਣ ਮਰਨਾ ਹੁਕਮ ਹੈ ਭਾਣੈ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਣ ਰਿਜ਼ਕ ਸੰਭਾਹੇ, ਨਾਨਕ ਜਿਨੇ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੇ। ਪੌੜੀ ਸਤਿਗੁਰ ਵੱਡਾ ਕਰ ਸਾਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀ ਆਈਆਂ, ਜਾ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਟੀਆਂ ਬੁਰਿਆਈਆਂ, ਸ਼ਹਿ ਤੁਠੈ ਨੌ ਨਿਦ ਪਾਈਆਂ, ਸ਼ਹਿ ਤੁਠੈ ਨੌ ਨਿਦ ਪਾਈਆਂ। ਹਾਂਜੀ, ਇਹ 18 ਨੰਬਰ ਪੌੜੀ ਦਾ ਪਾਠ ਹੈ। ਗੁਰੂ ਵਿੱਚ ਬਹੁਤ ਵੱਡੀਆਂ ਵਡਿਆਈਆਂ ਹਨ। ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਇਹ ਆਪਾਂ ਨੂੰ ਵਡਿਆਈਆਂ ਦਿਖਾਈ ਦਿੰਦੀਆਂ ਤੇ ਜੀਵ ਗੁਰੂ ਦੇ ਲੜ ਲੱਗਦਾ ਹੈ। ਸਤਿਗੁਰ ਵੱਡਾ ਕਰ ਸਾਲਾਹੀ ਹੈ, ਸੱਸੇ ਨੂੰ ਵੀ ਕੰਨਾ, ਲੱਲੇ ਨੂੰ ਵੀ ਕੰਨਾ, ਸਾਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਜਾਂ ਤੇ ਤਾਂ ਤੇ ਬਿੰਦੀ ਦਾ ਉਚਾਰਨ ਹੋਵੇਗਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬਰਿਆਈਆਂ, ਸਹਿ ਤੁਠੈ ਨੌ ਨਿਦ ਪਾਈਆਂ। ਸ਼ਲੋਕ ਮਹਿਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਏ, ਸੁੱਚੇ ਅੱਗੇ ਰੱਖਿਓਨ ਕੋਈ ਨਾ ਪਿਟਿਓ ਜਾਏ। ਤੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ 19 ਨੰਬਰ ਪੌੜੀ ਦੇ ਨਾਲ 2 ਸ਼ਲੋਕ ਦਰਜ ਨੇ। ਇੱਥੇ ਵੀ ਸਤਿਗੁਰੂ ਜੀ ਚੱਲ ਰਹੇ ਪ੍ਰਚਲਿਤ ਵਹਿਮਾਂ ਤੇ ਭਰਮਾਂ ਦਾ ਖੰਡਨ ਕਰ ਰਹੇ ਹਨ। ਤੇ ਇਹ ਗੱਲ ਮੈਂ ਰਿਪੀਟ ਕਰਦੇ ਆ ਵੀ ਇਹਨਾਂ ਬਚਨਾਂ ਨੂੰ ਸੁਣਦੇ ਹੋਏ ਆਪਣੇ ਅੰਦਰ ਵੀ ਝਾਤੀ ਮਾਰਦੇ ਜਾਣਾ ਹੈ ਕਿ ਅਸੀਂ ਸਿੱਖ ਹੁੰਦੇ ਹੋਏ ਕਿਤੇ ਦੁਬਾਰਾ ਤਾਂ ਨਹੀਂ ਉਹ ਚੀਜ਼ਾਂ 'ਚ ਜਾ ਰਹੇ ਜਿੱਥੋਂ ਗੁਰੂ ਸਾਹਿਬ ਸਾਨੂੰ ਕੱਢ ਕੇ ਲੈ ਕੇ ਆਏ ਹਨ। ਤੋ ਇਹ ਵਹਿਮ ਅਤੇ ਭਰਮ ਸਦੀਆਂ ਤੱਕ ਸਮਾਜ 'ਚ ਚੱਲਦੇ ਹੈ, ਤੋ ਉਹਨਾਂ ਤੋਂ ਬਚਣਾ ਹੈ ਆਪਣਾ ਗੁਰੂ ਦਾ ਗਿਆਨ ਲੈ ਕੇ। ਤੋ ਆਓ ਜੋ ਗੁਰੂ ਸਾਹਿਬ ਦੱਸ ਰਹੇ ਹਨ ਕਿ ਧਾਰਮਿਕ ਆਗੂ ਲੋਕੀ ਕਿਸ ਤਰ੍ਹਾਂ ਕਰਦੇ ਹਨ, ਉਹਨਾਂ ਦਾ ਜੀਵਨ ਕੈਸਾ ਹੈ। ਤੇ ਇੱਕ ਗੱਲ ਜੋ ਇਸ ਸ਼ਲੋਕ 'ਚ ਗੁਰੂ ਸਾਹਿਬ ਨੇ ਸਮਝਾਈ ਹੈ ਉਹ ਇਹ ਹੈ ਕਿ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਜਗਤ ਦੇ ਕਰਤੇ ਨੇ ਸੰਸਾਰ 'ਚ ਪ੍ਰਗਟ ਕੀਤਾ ਤੇ ਉਹਦੇ ਪ੍ਰਤੀ ਜੋ ਅਹਿਸਾਨਮੰਦ ਨਹੀਂ ਹੈ, ਸ਼ੁਕਰਗੁਜ਼ਾਰ ਨਹੀਂ ਹੈ, ਉਹਦੀਆਂ ਦਾਤਾਂ ਲੈ ਲੈ ਕੇ ਵਰਤੀ ਜਾ ਰਿਹਾ, ਸ਼ੁਕਰਗੁਜ਼ਾਰ ਨਹੀਂ ਹੈ, ਦਾਤਾਂ ਲੈ ਕੇ ਵਰਤੀ ਜਾ ਰਿਹਾ ਹੈ। ਤੇ ਉਹ ਦਾਤਾਂ ਨੂੰ ਵਰਤਣ ਵਾਲਾ ਮਨੁੱਖ ਫਿਰ ਗੁਨਾਹਗਾਰ ਹੈ, ਇੱਕ ਤਰ੍ਹਾਂ ਦੇ ਨਾਲ ਦੁੱਖ ਪ੍ਰਾਪਤ ਕਰਦਾ ਹੈ। ਜਿਵੇਂ ਦੁਨਿਆਵੀ ਤੌਰ ਤੇ ਕਿਸੇ ਦਾ ਕੋਈ ਥੋੜ੍ਹਾ ਜਿਹਾ ਵੀ ਭਲਾ ਕਰੇ, ਈਵਨ ਤੁਸੀਂ ਰੋਡ ਤੇ ਤੁਰੇ ਜਾ ਰਹੇ ਆ, ਤੁਸੀਂ ਥੋੜ੍ਹਾ ਜਿਹਾ ਸਾਈਡ ਤੇ ਹੋ ਗਏ, ਲੰਘਣ ਵਾਲੇ ਨੂੰ ਰਸਤਾ ਦੇ ਦਿੱਤਾ, ਉਹ ਵੀ ਤੁਹਾਡਾ ਜਾਂਦੇ ਹੋਏ ਸ਼ੁਕਰੀਆ ਕਰ ਜਾਂਦਾ, ਇਸ਼ਾਰਾ ਕਰ ਜਾਂਦਾ ਵੀ ਧੰਨਵਾਦ ਹੈ ਤੇਰਾ। ਪਰ ਜਿਹਨੇ ਇੰਨੀਆਂ ਦਾਤਾਂ ਦਿੱਤੀਆਂ, ਕਦੇ ਉਸ ਕਰਤੇ ਦੇ ਪ੍ਰਤੀ ਮਨ 'ਚ ਸ਼ੁਕਰਾਨੇ ਦਾ ਅਹਿਸਾਸ ਨਾ ਹੋਣਾ, ਤਾਂ ਵੀ ਫਿਰ ਮਨੁੱਖ ਤੂੰ ਆਪਣੇ ਜ਼ਿੰਦਗੀ 'ਚ ਦੁੱਖਾਂ ਨੂੰ ਅਤੇ ਆਪਣੀ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਨੂੰ ਆਪ ਹੀ ਸੱਦਾ ਦੇ ਰਿਹਾ ਹੈ। ਕਿਉਂਕਿ ਜੇ ਤੁਸੀਂ ਉਹਦੇ ਪ੍ਰਤੀ ਅਹਿਸਾਨਮੰਦ ਨਹੀਂ, ਫਿਰ ਉਹਦੀ ਕੁਦਰਤ ਵੀ ਤੁਹਾਡੇ ਪ੍ਰਤੀ ਅਹਿਸਾਨਮੰਦ ਨਹੀਂ ਰਹੇਗੀ।
ਤੋ ਆਪ ਜੀ ਨੇ ਬਹੁਤ ਕਮਾਲ ਦੇ ਬਚਨ ਇਸ ਸ਼ਲੋਕ 'ਚ ਸਮਝਾਏ ਹਨ। ਪਹਿਲਾਂ ਸੁੱਚਾ ਆਪ ਹੋਏ, ਪਹਿਲਾਂ ਆਪਣੇ ਆਪ ਨੂੰ ਸੁੱਚਾ ਕਰਕੇ ਸੁੱਚਾ ਬੈਠਾ ਆਏ, ਸੁੱਚੇ ਚੌਂਕੇ ਉੱਪਰ ਜਾ ਕੇ ਬੈਠ ਗਿਆ। ਸੁੱਚੇ ਅੱਗੇ ਰੱਖਿਓਣ ਕੋਏ ਨਾ ਭਿੱਟਿਓ ਜਾਏ, ਤੇ ਐਨ ਸੁੱਚੇ ਹੋਏ ਦੇ ਅੱਗੇ ਖਾਣਾ ਰੱਖ ਦਿੱਤਾ ਤੇ ਬੜੇ ਧਿਆਨ ਦੇ ਨਾਲ ਉਸ ਨੂੰ ਖਾਣੇ ਨੂੰ ਪਰੋਸਿਆ ਗਿਆ, ਤੇ ਤਾਂ ਜੋ ਉਹ 'ਚ ਕਿਸੇ ਤਰ੍ਹਾਂ ਦੀ ਕੋਈ ਭ੍ਰਿਸ਼ਟ, ਕਿਸੇ ਵੀ ਤਰ੍ਹਾਂ ਦਾ ਕੋਈ ਅਪਵਿੱਤਰਤਾ ਨਾ ਆਵੇ, ਇਹ ਖਿਆਲ ਰੱਖਿਆ ਗਿਆ। ਸੁੱਚਾ ਹੋਏ ਕੈ ਜੀਵਿਆ, ਲੱਗਾ ਪੜਨ ਸ਼ਲੋਕ, ਕੋਤੀ ਜਾਈ ਸੱਟਿਆ, ਕਿਸ ਇਹ ਲੱਗਾ ਦੁਖ। ਹੁਣ ਸੁੱਚਾ ਹੋਏ ਕੈ ਜੀਵਿਆ, ਜੀਵਿਆ ਕਹਿੰਦੇ ਨੇ ਖਾਣਾ, ਜੀਵਣਾ ਸ਼ਬਦ ਜਾਂ ਜੀਵਿਆ ਸ਼ਬਦ ਖਾਣੇ ਲਈ ਆਉਂਦਾ, ਖਾ ਲੈਣਾ। ਖਾਣੇ ਲਈ ਮਤਲਬ ਫੂਡ ਲਈ ਨਹੀਂ, ਜੋ ਪ੍ਰੋਸੈਸਿੰਗ ਹੈ ਖਾਣ ਦੀ, ਉਹਦੇ ਲਈ ਇਹ ਸ਼ਬਦ ਜੀਵਿਆ ਆਉਂਦਾ ਹੈ। ਸੁੱਚਾ ਹੋਏ ਕੈ ਜੀਵਿਆ, ਸੁੱਚਾ ਹੋ ਕੇ ਧਾਰਮਿਕ ਆਗੂ, ਚਾਹੇ ਪੁਜਾਰੀ ਸੀ, ਆਗੂ ਸੀ ਧਾਰਮਿਕ ਜਾਂ ਕੋਈ ਮਨੁੱਖ, ਉਹਨੇ ਇਹ ਖਾਣੇ ਨੂੰ ਖਾਧਾ। ਖਾਂਦੇ ਹੋਏ ਲੱਗਾ ਪੜ੍ਹਨ ਸ਼ਲੋਕ, ਚਾਹੇ ਕੋਈ ਇੱਕ ਦੋ ਸ਼ਲੋਕ ਕੋਈ ਧਾਰਮਿਕ ਗ੍ਰੰਥਾਂ ਦੇ ਪੜ੍ਹ ਲੈ ਵੀ ਚਲੋ ਇੱਕ ਫਾਰਮੈਲਿਟੀ ਕਰ ਲਈ। ਕੋਥੀ ਜਾਈ ਸੱਟਿਆ, ਕਿਸੇ ਲੱਗਾ ਦੋ, ਕੋਥੀ ਇਹਦਾ ਉਚਾਰਨ ਆਪਾਂ ਕੋਹੱਥੀ ਨਹੀਂ ਕਰਾਂਗੇ, ਇਹ ਵੀ ਬਹੁਤ ਉਚਾਰਨ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਹੈ। ਕੋਹੱਥੀ ਦਾ ਹੋ ਗਿਆ ਮਾੜੇ ਹੱਥ, ਗੱਲ ਉਚਾਰਨ ਗਲਤ ਹੋ ਜਾ। ਕੋਹ ਥੀ ਅਸਲ ਉਚਾਰਨ। ਕੋਹ ਦਾ ਅਰਥ ਕੀ ਹੈ? ਕੋਹ ਦਾ ਅਰਥ ਹੈ ਕੋਹਜ। ਕੋਹਜ ਦਾ ਅਰਥ ਹੋ ਗਿਆ ਜਿਸ ਦੇ ਵਿੱਚ ਕਮੀ ਹੈ, ਜੋ ਮਾੜੀ ਜਗ੍ਹਾ। ਥੀ ਦਾ ਅਰਥ ਹੈ ਥਾਂ। ਕੋਹ ਥੀ ਮਾੜੀ ਥਾਂ। ਕੋਹੱਥੀ ਕਹਾਂਗੇ ਉਹ ਉਚਾਰਨ ਵੀ ਗਲਤ ਹੋ ਜਾਏਗਾ, ਅਰਥ ਵੀ ਗਲਤ ਹੋ ਜਾਏਗਾ। तो आप जी फरमा रहे हैं कोह थी, कोह थी कहांगे ते अदक नहीं लगेगी कुल मिला के दा उच्चारण करते हुए। कोह थी जाई सट्टिया, भैड़ी थां ते उहनूं सुट दिता गया। किसे लगा दोख, ये की कारण बन गया है, किहड़ा दोख किहड़ी कमी रह गई कि वह कोह थी जाए सट्टिया, माड़ी थां उपर सुट्टिया गया भोजन। इन्ना वधिया तैयार कीता सी, सुच्चे आप होए, बनाउण वाला भी सुच्चा होया ते कुछ एक श्लोक भी पढ़े गए, पर फिर वो माड़ी थां ते सुट्टिया गया। इनू ये किहड़ा दोख लग गया, किहड़ी कमी रह गई। हुण इस दे बारे आप जी अगे विचार नूं चला रहे हन। अन्न देवता, पानी देवता, बैसंतर देवता लून, पंजवा पाया किरत, ता हुआ पाक पवित्र। तो आप जी दस रहे हैं जिहड़ा है प्रसादा तैयार होया, इहदे च अन्न देवता, अन्न नूं भी देवता कहा जाता, पानी नूं भी देवता कहा जाता, बैसंतर देवता, बैसंतर कहते ने अग नूं, जिस अग ते भोजन बनिया उहनूं भी देवता मन्निया जाता है। ते लूण भी बहुत पवित्र मन्निया जाता है। पंजवां पाया किरत, पंजवां जिहड़ा घिओ है वह भी बहुत पवित्र मन्निया जाता है। ते इन्ना पवित्र मन्निया जाता तां हुआ पाक पवित्र। जदों घिओ आदि खपा दिता जाता भोजन च, कहते हुण पवित्र हो गया है। तो इस तरह सारिया ही चीज़ां देवतियां दे तुल बहुत पवित्र मन्निया जांदियां हन। पापी स्यो तन गड्ढिया, थुक्कां पईयां तित। हुण आप जी दस रहे हैं, पर यह सारा भोजन इन्ना देवतियां वर्गा शुद्ध पवित्र भोजन तैयार करके पापी स्यों तन गड्ढिया। जिवें गुरु साहब ने बचन लिखे ने, पापी स्यों तन गड्ढिया, बचन इस तरह ही ने, पर इनू समझण लई आपां इस तरह अर्थ समझने आ। पापी तन स्यों गड्ढिया, पापी मनुख के तन दे विच जदों यह पै गया सारा भोजन। पापी का अर्थ है मंदा चितवन वाला, माड़ा चितवन वाला, हर एक समय विषयां नूं चितन वाला, जिस दे अंदर कोई चंगी विचार ही ना आवे। ते जिहड़ा माड़ा चितवदा गया वह करेगा भी अखीर माड़े। तो इहो जिहे मनुख के शरीर विच ये भोजन चला गया। शरीर दे विच जदों भोजन गया तो उहने जाके बाद विच शरीर की वेस्टेज कढनी सीगी। वो टॉयलेट गया, गंदगी ते उहदे रूप दे विच इह विष्टा दे रूप दे विच भोजन निकलिया। ते फिर उहदे उपर थुक्कां पईयां तित, ते उस गंदगी दे उपर किते पई होवे मनुख थुक दिंदा, उहनूं गलियानी आ जाती है। थुक्कण तो भाव की है, अंदर गलियानी आ जाए, गलियान आ जाए जिस चीज़ नूं देख के, उत्थे फिर मनुख दे मूँह च थुक जिहा आ जाता तो इंसान उहनूं थुक दिंदा है भी हुणे गलियान योग हो गया, इसके उपर थुक्या गया। इन्ना पवित्र भोजन
ਆਪ ਵੀ ਸਾਫ਼ ਸੁਥਰੇ ਹੋ ਕੇ ਬੈਠੇ ਤੇ ਦੂਜਿਆਂ ਨੇ ਵੀ ਵਧੀਆ ਸਾਫ਼ ਸੁਥਰੇ ਹੋ ਕੇ ਬਣਾਇਆ। ਜਿਹੜੇ ਭੋਜਨ ਵਿੱਚ ਚੀਜ਼ਾਂ ਵਰਤੀਆਂ ਉਹਨਾਂ ਨੂੰ ਦੇਵਤਾ ਕਿਹਾ ਗਿਆ, ਭੋਜਨ ਬਣਾਉਣ ਲਈ ਜੋ ਪਦਾਰਥ ਵਰਤੇ। ਪਰ ਅਖੀਰ ਉਹ ਸਰੀਰ ਦੇ ਥਰੂ ਜਦੋਂ ਭੋਜਨ ਲੰਘਿਆ, ਇਹ ਸਰੀਰ ਦੇ ਥਰੂ ਜਦੋਂ ਹੋਇਆ ਲੰਘਿਆ ਅੱਗੇ, ਤਾਂ ਉਹ ਥੁੱਕਣਯੋਗ ਹੋ ਗਿਆ। ਉਸ ਨੂੰ ਦੇਖ ਕੇ ਘਿਰਨਾ ਆਉਂਦੀ ਹੈ, ਗਿਲਾਨੀ ਆਉਂਦੀ ਹੈ, ਮਨੁੱਖ ਉਸ ਦੇ ਉੱਪਰ ਥੁੱਕਦਾ ਹੈ। ਜਿਤ ਮੁਖ ਨਾਮ ਨ ਉਚਰੈ, ਬਿਨ ਨਾਮੈ ਰਸ ਖਾਹੇ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਹੇ। ਹੁਣ ਆਪ ਜੀ ਫਰਮਾਉਂਦੇ ਹਨ ਵੀ ਥੁੱਕਾਂ ਕਿਉਂ ਪਈਆਂ ਤੇ ਥੁੱਕਾਂ ਤੋਂ ਮਤਲਬ ਕੀ ਹੈ। ਆਪ ਜੀ ਫਰਮਾ ਰਹੇ ਹਨ, ਜਿਤ ਮੁਖ ਨਾਮ ਨਾ ਉਚਰਹਿ। ਜਿਹੜੇ ਮੁਖ ਦੇ ਨਾਲ ਹੈ ਮਨੁੱਖ ਤੂੰ ਭੋਜਨ ਖਾਂਦਾ ਰਿਹਾ, ਪਦਾਰਥ ਖਾਂਦਾ ਰਿਹਾ, ਆਪਣੀ ਜੀਭ ਦੇ ਨਾਲ ਬੋਲਦਾ ਰਿਹਾ, ਆਪਣੇ ਅੰਦਰਲੇ ਭਾਵ ਵਿਅਕਤ ਕਰਦਾ ਰਿਹਾ, ਉਸ ਜੀਭ ਦੇ ਨਾਲ 36 ਪ੍ਰਕਾਰ ਦੇ ਭੋਜਨ ਖਾ ਕੇ ਨਾਮ ਨਾ ਉਚਰੈ। ਕਦੇ ਵਾਹਿਗੁਰੂ ਜੀ ਦਾ ਨਾਮ ਨਾ ਜਪਿਆ, ਕਦੇ ਕਰਤੇ ਦੀ ਸਿਲਸਿਲਾ ਨਾ ਕੀਤੀ, ਕਦੇ ਮਾਲਕ ਦੀਆਂ ਬੇਅੰਤ ਬਖਸ਼ਿਸ਼ਾਂ ਦੇ ਸ਼ੁਕਰਾਨੇ 'ਚ 2 ਸ਼ਬਦ ਆਪਣੀ ਜੀਭ ਤੋਂ ਨਾ ਬੋਲੇ। ਬਿਨ ਨਾਮੈ ਰਸ ਖਾਹੇ। ਨਾਮ ਤੋਂ ਬਗੈਰ ਰਸ ਹੀ ਖਾਂਦਾ ਗਿਆ, ਦੁਨੀਆ ਦੇ ਰਸ ਹੀ ਖਾਂਦਾ ਗਿਆ। ਤਾਂ ਯਾਦ ਰੱਖੀ, ਇਹ ਜਿਹੜੀਆਂ ਥੁੱਕਾਂ ਗੰਦਗੀ ਤੇ ਪੈ ਰਹੀਆਂ ਨੇ, ਇਹ ਗੰਦਗੀ ਤੇ ਨਹੀਂ ਪੈ ਰਹੀਆਂ, ਇਹ ਤੇਰੇ ਮੂੰਹ ਤੇ ਪੈ ਰਹੀਆਂ ਨੇ, ਜਿਸ ਮੁਖ ਦੇ ਜਰੀਏ ਤੂੰ ਇਹ ਭੋਜਨ ਖਾਧਾ। ਨਾਨਕ ਏਵੇਂ ਜਾਣੀ ਹੈ। ਨਾਨਕ ਤੋਂ ਬਾਅਦ ਆਪਾਂ ਵਿਸ਼ਰਾਮ ਦੇਵਾਂਗੇ। ਨਾਨਕ ਹੇ ਨਾਨਕ ਏਵੇਂ ਜਾਣੀ ਹੈ। ਇੱਦਾਂ ਸਮਝ ਲਓ ਇਹ ਗੱਲ ਨੂੰ, ਤਿਤ ਮੁਖ ਥੁੱਕਾਂ ਪਾਹੇ। ਇਹ ਉਹ ਮੂੰਹ ਦੇ ਉੱਪਰ ਹੀ ਥੁੱਕਾਂ ਪੈ ਰਹੀਆਂ ਨੇ ਵੀ ਤੂੰ ਫਿਟਕਾਰਯੋਗ ਹੈ। ਜਿਹਨੇ ਰੱਬ ਦੀਆਂ ਦਾਤਾਂ, ਭੋਜਨ ਪਦਾਰਥ ਸਾਰਾ ਕੁਝ ਖਾਧਾ, ਕਦੇ ਸ਼ੁਕਰਾਨੇ ਦੇ ਤੋਂ ਬੋਲ ਨਾ ਬੋਲੇ। ਤੇ ਸਾਰੇ ਸ਼ਲੋਕ ਦਾ ਨਿਚੋੜ ਕੀ ਹੈ? ਨਿਚੋੜ ਇਹ ਹੈ ਕਿ ਦਾਤਾਂ ਨੂੰ ਵਰਤਦੇ ਹੋਏ ਦਾਤੇ ਦਾ ਸ਼ੁਕਰਾਨਾ ਕਰੀਏ। ਨਹੀਂ ਮਨੁੱਖ ਨੂੰ ਖਨਾਮੀ ਹੁੰਦੀ ਹੈ, ਨਹੀਂ ਫਿਰ ਉਹ ਕੁਦਰਤ, ਰੱਬ, ਪਰਮਾਤਮਾ, ਗੁਰ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਇੱਕ ਤਰ੍ਹਾਂ ਦਾ ਗੁਨਾਹਗਾਰ ਹੈ। ਉਹ ਆਪਣੀ ਬੇਇੱਜ਼ਤੀ ਦਾ ਆਪ ਕਾਰਨ ਬਣਦਾ ਹੈ, ਜਿਹੜਾ ਦਾਤੇ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ। ਮਹਿਲਾ ਪਹਿਲਾ। ਭੰਡ ਜੰਮੀਐ ਭੰਡ ਨਿਮੀਐ, ਭੰਡ ਮੰਗਣ ਵਿਆਹ। ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹ। ਹੁਣ ਇਹ ਦੂਸਰਾ ਸ਼ਲੋਕ ਹੈ। ਪਹਿਲੇ 'ਚ ਖਾਣ ਪੀਣ ਨਾਲ ਸੰਬੰਧਿਤ ਆ ਗਿਆ ਵੀ ਜੇ ਤੁਸੀਂ ਖਾਧਾ ਪੀਤਾ ਸ਼ੁਕਰਾਨਾ ਨਾ ਕੀਤਾ ਤਾਂ ਤੁਸੀਂ ਉਹ ਥੁੱਕਾਂ ਤੁਹਾਡੇ ਮੁਖ ਤੇ ਪੈ ਰਹੀਆਂ ਹਨ। ਹੁਣ ਦੂਸਰੇ ਸ਼ਲੋਕ ਦੇ ਵਿੱਚ ਹੈ ਜੀਵਨ ਦਾ ਜਦੋਂ ਚੱਲਿਆ ਹੈ, ਕੁਦਰਤ ਨੇ ਅਸੂਲ ਬਣਾਇਆ ਹੈ, ਇਸਤਰੀ ਅਤੇ ਪੁਰਖ, ਮੇਲ ਅਤੇ ਫੀਮੇਲ ਦੇ ਸੰਯੋਗ ਦੇ ਨਾਲ ਇਹ ਅੱਗੇ ਕ੍ਰੀਏਸ਼ਨ ਚੱਲ ਰਹੀ ਹੈ, ਅੱਗੇ ਸਾਰਾ ਕੁਝ ਬਣ ਰਿਹਾ ਹੈ। ਤਾਂ ਮਨੁੱਖ ਜਾਤੀ ਵੀ ਇੱਦਾਂ ਹੀ ਹੈ, ਇੱਕ ਮੇਲ ਹੈ, ਇੱਕ ਫੀਮੇਲ ਹੈ, ਉਹਨਾਂ ਦੇ ਸੰਯੋਗ ਤੋਂ ਅਗਲੀ ਸੰਤਾਨ ਪੈਦਾ ਹੁੰਦੀ ਹੈ ਤੇ ਇਨਸਾਨ ਕਈ ਤੇ ਚੱਲ ਰਿਹਾ ਹੈ। ਪਰ ਸਮਾਜ ਦੇ ਵਿੱਚ ਕੀ ਕੀਤਾ ਗਿਆ? ਇਸਤਰੀ ਨੂੰ ਭੰਡਿਆ ਗਿਆ। ਜਿਵੇਂ ਪਹਿਲੇ ਸ਼ਲੋਕ 'ਚ ਆਪਾਂ ਆ ਗਿਆ ਨਾ, ਖਾਣ ਵਾਲੀਆਂ ਚੀਜ਼ਾਂ ਨੂੰ ਜਾਂ ਉੱਧਰ ਧਿਆਨ ਕਰ ਲਿਆ ਪਰ ਦੇਣ ਵਾਲਾ ਰੱਬ ਭੁੱਲ ਗਿਆ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਆਲਰੇਡੀ ਤੇਰੇ ਜੀਵਨ ਦੇ ਵਿੱਚ ਜੋ ਤੇਰੀ ਬਹੁਤ ਵੱਡੀ ਸਹਿਯੋਗੀ ਹੈ, ਲੋਕ ਗਿਆਨ ਤੇਰੇ ਜੀਵਨ 'ਚ, ਤੇਰੇ ਕਰਮਾਂ ਦੇ ਵਿੱਚ, ਤੇਰੇ ਹਰ ਇੱਕ ਪੱਖ ਦੇ ਨਾਲ, ਜੀਵਨ ਨਾਲ ਜੋ ਜੁੜੀ ਹੋਈ ਹੈ, ਤੂੰ ਉਹਨੂੰ ਨੀਵਾਂ ਲੋਕ ਵੇਦ ਗੁਰ ਗਿਆਨ ਵਿੱਚ ਅੱਧ ਸਰੀਰੀ ਮੋਖ ਦੁਆਰੇ, ਤੇਰੇ ਅੱਧੇ ਸਰੀਰ, ਤੇਰਾ ਅੱਧਾ ਹਿੱਸਾ ਹੋ, ਤੂੰ ਉਹਦੇ ਤੋਂ ਬਗੈਰ ਅੱਧਾ ਹੈ, ਕੰਪਲੀਟ ਨਹੀਂ ਹੈ। ਤੇਰਾ ਮੁਕਤੀ ਦਾ ਦੁਆਰ ਵੀ ਉਹੀ ਹੈ। ਤੈਨੂੰ ਸੰਸਾਰ ਤੇ ਲੈ ਕੇ ਆਉਣ ਵਾਲੀ, ਤੇਰੇ ਜੀਵਨ ਨੂੰ ਸੇਚ ਦੇ ਕੇ ਰੱਖਣ ਵਾਲੀ ਤੇਰੀ ਇਸਤਰੀ, ਪਤਨੀ, ਭੈਣ, ਮਾਤਾ, ਔਰਤ ਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤਾਂ ਹੁਣ ਇੱਥੇ ਸ਼ਬਦ ਵਰਤਿਆ ਹੈ ਭੰਡ। ਭੰਡ ਦਾ ਅਰਥ ਹੁੰਦਾ ਹੈ ਭੰਡਨਯੋਗ, ਜਿਸ ਨੂੰ ਸਮਾਜ ਵਿੱਚ ਭੰਡਨਯੋਗ ਸਮਝਿਆ ਗਿਆ। ਗੁਰੂ ਸਾਹਿਬ ਨਹੀਂ ਕਹਿ ਰਹੇ, ਜਿਸ ਨੂੰ ਸਮਾਜ ਨੇ ਭੰਡਨਯੋਗ ਸਮਝਿਆ ਗਿਆ, ਉਹ ਭੰਡਨਯੋਗ ਇਸਤਰੀ ਜਿਹੜੀ ਹੈ ਉਹਦੇ ਬਾਰੇ ਗੁਰੂ ਸਾਹਿਬ ਨੇ ਉਹਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਇਹ ਸ਼ਲੋਕ ਉਚਾਰਨ ਕੀਤਾ। ਇਸਤਰੀ ਦੇ ਬਾਰੇ ਬਹੁਤ ਗਲਤ ਬਿਆਨੀਆਂ ਕੀਤੀਆਂ, ਜਿਸ ਦੇ ਵਿੱਚ ਕਈਆਂ ਨੇ ਕਿਹਾ ਸੀਗਾ ਕਿ ਜਿਹੜੇ ਧਰਮ ਦੇ ਵਿੱਚ, ਜੈਨੀ ਧਰਮ ਦੇ ਵਿੱਚ ਇਸ ਤਰ੍ਹਾਂ ਮੰਨ ਲਿਆ ਗਿਆ, ਕਹਿੰਦੇ ਇਸਤਰੀ ਕੈਵਲਿਆ 4 ਤਰ੍ਹਾਂ ਦੀ ਮੁਕਤੀ ਹੁੰਦੀ ਹੈ, ਜੋ ਸਭ ਤੋਂ ਇੱਕ ਰੂਪ ਹੋਣ ਵਾਲੀ ਮੁਕਤੀ ਉਹ ਨਹੀਂ ਪ੍ਰਾਪਤ ਕਰ ਸਕਦੀ। ਮਹਾਤਮਾ ਬੁੱਧ ਵਰਗੇ ਵਿਦਵਾਨ ਨੇ ਵੀ ਕਿਸੇ ਵੇਲੇ ਇਹ ਗੱਲ ਕਹਿ ਦਿੱਤੀ ਸੀ, ਜਿਸ ਨੂੰ ਲਾਈਟ ਆਫ ਏਸ਼ੀਆ ਕਿਹਾ ਗਿਆ,
ਕਹਿੰਦਾ ਵੀ ਜੇ ਇਸਤਰੀਆਂ ਨੂੰ ਮੈਂ ਭਿੱਖੂ ਬਣਾ ਕੇ ਆਪਣੇ ਸੰਘ ਦੇ ਵਿੱਚ ਸ਼ਾਮਲ ਕਰ ਰਿਹਾ, ਮੇਰੇ ਧਰਮ ਦੀ ਉਮਰ ਘਟ ਜਾਵੇਗੀ। ਤੋ ਇਸ ਤਰ੍ਹਾਂ ਕਈ ਗੱਲਾਂ ਹੋਈਆਂ। ਵੱਡੇ ਵੱਡੇ ਵਿਦਵਾਨ ਅਰਸਤੂ ਵਰਗੇ, ਜਿਸ ਨੂੰ ਅਰਿਸਟੋਕਰੇਟ ਕਹਿੰਦੇ ਹਨ, ਉਹਨੇ ਵੀ ਕੁਦਰਤ ਦੇ ਇੱਕ ਭੁੱਲ ਕਹਿ ਦਿੱਤਾ ਇਸਤਰੀ ਨੂੰ, ਔਰਤ ਨੂੰ। ਜਾਂ ਜਰਮਨ ਫਿਲਾਸਫਰ ਸੀ ਜਿਸ ਦਾ ਨਾਮ ਸੀ ਗਿੱਟੇ, ਬੜਾ ਲਿਟਰੇਚਰ ਦੇਖਿਆ, ਉਹਨੇ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਵੀ ਇਸਤਰੀ ਦੇ ਵਿੱਚ ਤਾਂ ਜਿਵੇਂ ਰੂਹ ਹੀ ਨਹੀਂ ਹੁੰਦੀ ਹੈ, ਜੋ ਮਨੁੱਖ ਦੇ ਅੰਦਰ ਹੈ, ਉਹਦੇ ਅੰਦਰ ਉਹ ਚੀਜ਼ ਹੈ ਹੀ ਨਹੀਂ, ਉਹਨੂੰ ਮੁਕਤੀ ਕਿੱਥੋਂ ਮਿਲਣੀ ਹੈ, ਜਾਂ ਉਹ ਚੀਜ਼ਾਂ ਨੂੰ ਮਹਿਸੂਸ ਨਹੀਂ ਕਰ ਸਕਦੀ ਜੋ ਮਨੁੱਖ ਕਰਦਾ ਹੈ। ਤੋ ਇੱਦਾਂ ਹਰ ਇੱਕ ਨੇ ਆਪੋ ਆਪਣੀ ਫਿਲਾਸਫੀ ਦਿੱਤੀ ਤੇ ਜਿਸ ਇਸਤਰੀ ਨੂੰ ਨੀਵਾਂ ਦਿਖਾਇਆ। ਈਵਨ ਕਿ ਬਹੁਤ ਵੱਡਾ ਦੁਨੀਆ ਦਾ ਧਰਮ ਈਸਾਈ ਮਤ, ਉਹਦੇ ਵਿੱਚ ਵੀ ਔਰਤ ਨੂੰ, ਇਸਤਰੀ ਨੂੰ ਅੱਜ ਤੱਕ ਪ੍ਰੀਸਟ ਬਣਨ ਦਾ ਅਧਿਕਾਰ ਨਹੀਂ ਹੈ। ਨਨਸ ਉਹ ਬਣ ਸਕਦੀਆਂ, ਸੇਵਾਦਾਰ ਬਣ ਸਕਦੀਆਂ, ਪ੍ਰੀਸਟ ਨਹੀਂ ਬਣ ਸਕਦੀਆਂ। ਦੇ ਵਿੱਚ ਵੀ ਬੁਰਕੇ ਦੇ ਵਿੱਚ ਰੱਖਿਆ ਇਸਤਰੀ ਨੂੰ ਜਾਂਦਾ ਹੈ। ਮਨੁੱਖ ਨੂੰ ਨਹੀਂ ਸਮਝਾਇਆ ਜਾਂਦਾ ਕਿ ਤੂੰ ਆਪਣੀਆਂ ਨਜ਼ਰਾਂ ਸਾਫ਼ ਰੱਖਣੀਆਂ, ਔਰਤ ਨੂੰ ਕਿਹਾ ਜਾਂਦਾ ਤੂੰ ਬੁਰਕੇ ਵਿੱਚ ਰਹਿ। ਤੋ ਹੋਰ ਕਈ ਗੱਲਾਂ ਨੇ। ਇਸ ਕਰਕੇ ਨਹੀਂ ਕਿ ਅਸੀਂ ਦੂਜੇ ਧਰਮਾਂ ਦੀ ਨਿੰਦਿਆ ਕਰਨੀ ਚਾਹੁੰਦੇ ਹਾਂ, ਇਹ ਨਹੀਂ ਹੈ। ਉਹਨਾਂ ਦੇ ਵਿਚਾਰ ਉਹਨਾਂ ਨੂੰ ਮੁਬਾਰਕ ਨੇ, ਪਰ ਅਸੀਂ ਇੱਕ ਸਾਂਝੇ ਵਿਚਾਰ ਕਰ ਰਹੇ ਹਾਂ ਕਿ ਇਸਤਰੀ ਦੇ ਪ੍ਰਤੀ ਕੁਝ ਅਜਿਹਾ ਨਜ਼ਰੀਆ ਰੱਖਿਆ ਜਾਂਦਾ ਹੈ। ਪਰ ਗੁਰੂ ਸਾਹਿਬਾਨ ਜੀ ਨੇ ਔਰਤ ਨੂੰ, ਇਸਤਰੀ ਨੂੰ ਸ਼ੁਰੂ ਤੋਂ ਹੀ ਮਾਣ ਸਤਿਕਾਰ ਦਿੱਤਾ ਤੇ ਉਸ ਮਾਣ ਸਤਿਕਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਭੈਣ ਜੀ ਕੋਲੇ ਰਹੇ ਤੇ ਆਪਣੇ ਬੱਚੇ ਦੀ ਜ਼ਿੰਮੇਵਾਰੀ ਵੀ ਆਪਣੀ ਭੈਣ ਨੂੰ ਸੰਭਾਈ ਬਾਬਾ ਸ਼੍ਰੀ ਚੰਦ ਜੀ ਦੀ ਜਦੋਂ ਆਪ ਉਦਾਸੀਆਂ ਤੇ ਗਏ। ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਖੀਵੀ ਆਪਣੀ ਪਤਨੀ ਨੂੰ ਲੰਗਰ ਦੇ ਇੰਚਾਰਜ ਬਣਾਇਆ, ਜਿਨ੍ਹਾਂ ਦਾ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਤੇ ਬਲਵੰਡੇ ਦੀ ਵਾਰ 'ਚ ਜ਼ਿਕਰ ਹੈ। ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ, ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਸ਼ੌਕਤ ਰਾਲੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ 22 ਮੰਜੀਆਂ 52 ਪੀੜੇ ਸਥਾਪਨ ਕੀਤੇ, ਭਾਈ ਮੱਥੋ ਜੀ, ਭਾਈ ਮੁਰਾਰੀ ਜੀ ਤੇ ਬੀਬੀ ਮੱਥੋ ਜੀ ਨੂੰ ਬਕਾਇਦਾ ਪ੍ਰਚਾਰਕ ਬਣਾਇਆ ਆਪਣੇ ਧਰਮ ਦਾ। 22 ਪੀੜ੍ਹੀਆਂ ਤੇ ਜ਼ਿਆਦਾ ਜਿਹੜੇ ਪ੍ਰਚਾਰਕ ਸਨ ਉਹ ਲੇਡੀਜ਼ ਸਨ, ਇਸਤਰੀਆਂ ਸਨ। ਤੋ ਇਸ ਤਰ੍ਹਾਂ ਗੁਰੂ ਸਾਹਿਬਾਨ ਜੀ ਨੇ ਬਹੁਤ ਸਤਿਕਾਰ ਦਿੱਤਾ। ਆਪਣੇ ਕੋਲ ਸਮਾਂ ਥੋੜ੍ਹਾ, ਆਪਾਂ ਸੰਖੇਪ 'ਚ ਗੱਲ ਰੱਖ ਰਹੇ ਹਾਂ। ਤੇ 1925 ਦੇ ਵਿੱਚ ਜਦੋਂ ਗੁਰਦੁਆਰਾ ਐਕਟ ਬਣਿਆ ਕਿ ਵੋਟ ਦੇਣ ਦਾ ਕਿਸ ਨੂੰ ਹੱਕ ਹੈ ਗੁਰਦੁਆਰਿਆਂ ਦੇ ਪ੍ਰਬੰਧ ਲਈ, ਤਾਂ ਉਹਦੇ 'ਚ ਬਰਾਬਰ ਲਿਖਿਆ ਗਿਆ ਕੋਈ ਵੀ ਸਿੱਖ ਇਸਤਰੀ ਜਾਂ ਪੁਰਸ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਵੋਟ ਕਰ ਸਕਦਾ ਹੈ। ਇਹ ਦੁਨੀਆ ਦਾ ਇੱਕ ਪਹਿਲਾ ਲਿਖਤੀ ਵਿਧਾਨ ਸੀ ਜਦੋਂ ਔਰਤ ਤੇ ਪੁਰਸ਼ ਨੂੰ ਬਰਾਬਰ ਅਧਿਕਾਰ ਦਿੱਤਾ 1925। ਇਹ ਤੋਂ ਪਹਿਲਾਂ ਕਿਸੇ ਵੀ ਦੇਸ਼ ਦੇ ਵਿੱਚ ਜਾਂ ਧਰਮ ਦੇ ਵਿੱਚ ਅਧਿਕਾਰ ਨਹੀਂ ਸੀ। ਤਾਂ ਉਸ ਤੋਂ ਬਾਅਦ ਵਿੱਚ ਆ ਕੇ 1950, 60, 70 ਤੱਕ ਫਿਰ ਔਰਤਾਂ ਨੂੰ ਵੋਟ ਦੇ ਅਧਿਕਾਰ ਮਿਲਣੇ ਸ਼ੁਰੂ ਹੋਏ ਨੇ। ਦੇਖੋ ਵੀ ਗੁਰੂ ਨਾਨਕ ਦੇ ਘਰ 'ਚ ਕਿੰਨਾ ਸਤਿਕਾਰ ਕੀਤਾ ਗਿਆ। ਤੋ ਇਸ ਗੱਲ ਨੂੰ ਗੁਰੂ ਸਾਹਿਬ ਨੂੰ ਦੱਸ ਰਹੇ ਨੇ ਵੀ ਇਸਤਰੀ ਦੀ, ਔਰਤ ਦੀ ਮਨੁੱਖ ਦੇ ਜੀਵਨ 'ਚ ਕਿੰਨੀ ਕੁ ਮਹਾਨਤਾ ਹੈ। ਆਪ ਜੀ ਦੱਸਦੇ ਹਨ, ਭੰਡ ਜੰਮੀ ਹੈ, ਭੰਡ ਤੋਂ ਹੀ ਜਿਸ ਨੂੰ ਭੰਡਨ ਜੋ ਕਿਹਾ ਗਿਆ, ਉਸ ਇਸਤਰੀ ਤੋਂ ਹੀ ਜਨਮ ਹੁੰਦਾ ਹੈ ਮਨੁੱਖ ਦਾ। ਭੰਡ ਨਿੰਮੀ ਹੈ, ਭੰਡ ਦੇ ਇਸਤਰੀ ਦੇ ਸਰੀਰ ਵਿੱਚ ਹੀ ਮਨੁੱਖ ਦਾ ਸਰੀਰ ਬਣਦਾ ਹੈ। ਭੰਡ ਮੰਗਣ ਵਿਆਹ, ਜਦੋਂ ਮਨੁੱਖ ਜਵਾਨ ਹੁੰਦਾ ਹੈ ਉਹਦਾ ਮੰਗਣਾ ਤੇ ਵਿਆਹ ਵੀ ਇਸਤਰੀ ਦੇ ਨਾਲ ਹੀ ਹੁੰਦਾ ਹੈ। ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਦੇ ਨਾਲ ਹੀ ਦੋਸਤੀ, ਸੰਸਾਰ ਦਾ ਵਿਹਾਰ ਸੰਬੰਧ ਬਣਦੇ ਹਨ ਤੇ ਭੰਡ ਦੇ ਨਾਲ ਹੀ, ਇਸਤਰੀ ਦੇ ਨਾਲ ਹੀ ਸੰਸਾਰ ਦਾ ਅੱਗੇ ਦੀ ਅੱਗੇ ਜਨਮ ਲੈ ਕੇ ਬੱਚਿਆਂ ਦਾ ਇਹ ਰਾਹ ਚੱਲਦਾ ਹੈ। ਭੰਡ ਮੁਆ ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜ਼ਾਨ। ਤੇ ਜਦੋਂ ਭੰਡ ਮੁਆ ਇਸਤਰੀ ਚੜ੍ਹਾਈ ਕਰ ਗਈ, ਭੰਡ ਭਾਲੀਏ, ਤਾਂ ਮਨੁੱਖ ਨੂੰ ਦੁਬਾਰਾ ਆਪਣਾ ਘਰ ਵਸਾਉਂਦੀ ਫਿਰ ਇਸਤਰੀ ਭਾਲਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਭਾਵ ਜੀਵਨ ਸਾਥੀ ਲੱਭਣਾ ਪੈਂਦਾ ਹੈ ਕਿ ਮੇਰੇ ਘਰ ਦਾ ਕਿਵੇਂ ਚੱਲੇਗਾ, ਬੱਚਿਆਂ ਦਾ ਕਿਵੇਂ ਚੱਲੇਗਾ, ਜਾਂ ਮੈਂ ਇਕੱਲਾ ਹਾਂ ਮੈਨੂੰ ਕਿੱਦਾਂ ਸਹਾਰਾ ਮਿਲੇਗਾ, ਉਹਨੂੰ ਜੀਵਨ ਸਾਥੀ ਲੱਭਣਾ ਪੈਂਦਾ। ਭੰਡ ਹੋਵੇ ਬੰਧਾਨ, ਇਸ ਤਰ੍ਹਾਂ ਭੰਡ ਦੇ ਜ਼ਰੀਏ ਹੀ ਬੰਧਨਾਂ ਵਿੱਚ ਸੰਸਾਰ ਦੇ ਬੰਨੀ ਦਾ ਹੈ। ਸੋ ਕਿਉਂ ਮੰਦਾ ਆਖੀਐ, ਫਿਰ ਉਹਨੂੰ ਕਿਉਂ ਮੰਦਾ ਕਹਿੰਦੇ ਹੋ ਭਾਈ? ਜਿਤ ਜੰਮਹਿ ਰਾਜਾਨ, ਜਿਹਦੇ ਜ਼ਰੀਏ ਰਾਜੇ ਮਹਾਰਾਜੇ। ਰਾਜਿਆਂ ਦਾ ਅਰਥ ਕੇਵਲ ਰਾਜੇ ਨਹੀਂ, ਰੂਲਰ ਨਹੀਂ। ਰਾਜਿਆਂ ਦਾ ਅਰਥ ਹੈ ਕਈ ਭਗਤੀ ਦੇ ਰਸਤੇ ਦੇ ਰਾਜੇ ਹਨ, ਕਈ ਬਿਜ਼ਨਸ ਦੇ ਰਾਜੇ, ਵੱਡੇ ਵੱਡੇ ਗ੍ਰੇਟ ਪੁਰਸ਼ ਹੋਏ ਨੇ, ਕਈ ਦੁਨੀਆ ਦੇ ਰਾਜ ਕਰਨ ਵਾਲੇ ਰਾਜੇ ਹੋਏ, ਕਈ ਵਿਦਵਤਾ ਦੇ ਪੱਖ 'ਚ ਬੜੇ ਵੱਡੇ ਰਾਜੇ ਮੁਖੀ ਲੋਕ ਹੋਏ। ਐਡੀਆਂ ਮਹਾਨ ਹਸਤੀਆਂ ਨੇ ਜਿਸ ਤੋਂ ਜਨਮ ਲਿਆ ਹੈ, ਜਿਸ ਦੀ ਕੋਖ ਤੋਂ ਜਨਮ ਲਿਆ, ਉਹਨੂੰ ਮੰਦਾ ਕਿਉਂ ਆਖਿਆ ਜਾਵੇ? ਭਾਵ ਉਹਨੂੰ ਨਿੰਦਣਾ ਨਹੀਂ ਚਾਹੀਦਾ, ਬਲਕਿ ਸਤਿਕਾਰ ਦੇਣਾ ਚਾਹੀਦਾ। ਆਪਣੇ ਜੀਵਨ ਦਾ ਜ਼ਰੂਰੀ ਹਿੱਸਾ ਮੰਨ ਕੇ, ਨਾਂ ਲੈ ਕੇ, ਬਰਾਬਰਤਾ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਭੰਡੋ ਹੀ
ਭੰਡ ਉਪਜੈ ਭੰਡੈ ਬਾਝ ਨ ਕੋਏ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਭੰਡ ਹੋਈ ਭੰਡ ਉਪਜੈ, ਭੰਡ ਤੋਂ ਹੀ ਭੰਡ, ਇਸਤਰੀ ਤੋਂ ਹੀ ਅੱਗੇ ਇਸਤਰੀ ਪੈਦਾ ਹੋ ਰਹੀ ਹੈ। ਜਿੰਨੀਆਂ ਵੀ ਰਿਸ਼ਤੇਦਾਰੀਆਂ ਜੇ ਆਪਾਂ ਖਿਆਲ ਕਰੀਏ, ਜਿੰਨੀਆਂ ਸਾਡੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਦੇ ਵਿੱਚ ਨੇੜੇ ਨੇੜੇ ਜੇ ਦੇਖੀਏ, ਜੇ ਮਨੁੱਖ ਆਪਣੇ ਨਾਨਕਿਆਂ ਦਾ ਜ਼ਿਕਰ ਕਰਦਾ ਹੈ, ਨਾਨਕੇ ਕਿੱਦਾਂ ਬਣੇ? ਜੇ ਉੱਥੋਂ ਪਿਤਾ ਨੇ ਵਿਆਹ ਕੀਤਾ, ਮਾਤਾ ਉਸ ਪਰਿਵਾਰ ਚੋਂ ਆਈ ਤਾਂ ਨਾਨਕੇ ਬਣੇ, ਨਾਨਾ ਨਾਨੀ, ਮਾਮਾ ਮਾਮੀ, ਮਾਮੀ ਜੀ, ਮਾਮਾ ਜੀ। ਜੇ ਮਾਸੀਆਂ ਤੋਂ ਮਾਸੜ ਕਿੱਦਾਂ ਬਣੇ? ਉਹ ਵੀ ਤਾਂ ਜੇ ਅੱਗੇ ਮਾਸੀ ਦਾ ਕਿਤੇ ਵਿਆਹ ਹੋਇਆ ਤਾਂ ਮਾਸੜ। ਭੂਆ ਤੋਂ ਅੱਗੇ ਫੁੱਫੜ ਵਾਲੇ ਰਿਸ਼ਤੇ ਪੈਦਾ ਹੋਏ, ਜਿੱਥੇ ਪਿਤਾ ਜੀ ਦੀ ਭੈਣ ਨੂੰ ਵਿਆਹਿਆ ਗਿਆ, ਤੇ ਉਹਨਾਂ ਦੇ ਅੱਗੇ ਬੱਚਿਆਂ ਦੇ ਨਾਲ ਫਿਰ ਆਪਣਾ ਕਾਰ ਵਿਹਾਰ ਚੱਲਦਾ ਹੈ। ਤੇ ਹੁਣ ਮਨੁੱਖ ਕਹਿੰਦਾ ਮੇਰਾ ਬੇਟਾ ਪੁੱਤਰ ਜਵਾਨ ਹੋ ਗਿਆ, ਮੈਂ ਇਹਦਾ ਵਿਆਹ ਕਰਨਾ। ਅੱਗੇ ਜਿਹੜੀ ਨਵੀਂ ਰਿਸ਼ਤੇਦਾਰੀ ਬਣੀ, ਕੁੜਮਾਚਾਰੀ ਬਣੀ, ਕਿੱਥੇ ਬਣੀ? ਜੇ ਕਿਸੇ ਦੇ ਘਰ ਚੋਂ ਉਹਦੀ ਬੇਟੀ, ਉਹਦੀ ਧੀ ਲੈ ਕੇ ਆਏ, ਜਾਂ ਆਪ ਜਦੋਂ ਬੇਟੀ ਜਵਾਨ ਹੋਈ ਉਹ ਅਗਲੇ ਪਰਿਵਾਰ ਵਿੱਚ ਦਿੱਤੀ, ਤਾਂ ਉੱਥੇ ਜਾ ਕੇ ਰਿਸ਼ਤੇਦਾਰੀ ਬਣੀ। ਤਾਂ ਜਿੰਨੇ ਵੀ ਰਿਸ਼ਤੇਦਾਰੀ ਬਣੀ ਹੈ ਉਹ ਇਸਤਰੀ ਦੇ ਆਉਣ ਤੇ ਜਾਣ ਦੇ ਨਾਲ ਹੀ ਬਣਦੀ ਹੈ। ਤਾਂ ਆਪ ਜੀ ਫਰਮਾਉਂਦੇ ਹਨ, ਭੰਡੋ ਹੀ ਭੰਡ ਉਪਜੈ ਭੰਡੈ ਬਾਝ ਨਾ ਕੋਏ। ਪਰ ਹਾਂ ਇੱਕ ਹੈ ਜਿਹੜਾ ਭੰਡ ਤੋਂ ਬਗੈਰ ਹੈ, ਇਸਤਰੀ ਤੋਂ ਬਗੈਰ। ਕੌਣ ਹੈ? ਨਾਨਕ ਤੋਂ ਬਗੈਰ, ਭਾਵ ਜਿਹਨੇ ਇਸਤਰੀ ਤੋਂ ਜਨਮ ਨਹੀਂ ਲਿਆ, ਏਕੋ ਸੱਚਾ ਸੋ, ਉਹ ਇੱਕ ਮਾਲਕ ਹੀ ਹੈ, ਜਿਹਦੇ ਨਾ ਮਾਤਾ ਨਾ ਪਿਤਾ ਦੇ ਰੂਪ 'ਚ ਕੋਈ ਨਹੀਂ, ਜੋ ਆਪਣੇ ਆਪ ਤੋਂ ਪ੍ਰਗਟ ਹੋਇਆ, ਜਿਹਨੂੰ ਮੂਲ ਮੰਤਰ ਵਿੱਚ ਸਹਿ ਭੰਗ, ਸਵੈਮ ਆਪਣੇ ਆਪ ਤੋਂ ਜੋ ਐਗਜ਼ਿਸਟ ਕਰ ਰਿਹਾ ਹੈ। ਹਾਂਜੀ। ਜਿਤ ਮੁਖ ਸਦਾ ਸਾਲਾਹੀਐ ਭਾਗਾਂ ਰਤੀ ਚਾਰ। ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਹੁਣ ਮਹਾਰਾਜ ਜੀ ਫਿਰ ਜੋ ਹਰ ਇੱਕ ਜੀਵ ਨੂੰ ਕਹਿੰਦੇ ਨੇ ਨਾਮ ਜਪਣ ਤੇ, ਇੱਥੇ ਆ ਕੇ ਫਿਰ ਗੁਰੂ ਸਾਹਿਬ ਇਹੀ ਗੱਲ ਸਮਝਾ ਰਹੇ ਨੇ ਕਿ ਹੇ ਇਨਸਾਨ, ਇਹ ਤੂੰ ਦੇਖ ਕਿੰਨੀ ਇੰਪੋਰਟੈਂਸ ਹੈ ਤੇਰੇ ਜੀਵਨ ਦੇ ਵਿੱਚ। ਇਸਤਰੀ ਤੇ ਪੁਰਸ਼ ਬਰਾਬਰ ਚੱਲਦੇ ਆ ਤਾਂ ਇਹ ਜ਼ਿੰਦਗੀ ਚੱਲਦੀ, ਅਦਰਵਾਈਜ਼ ਇਹ ਲਾਈਫ ਨਹੀਂ ਚੱਲ ਸਕਦੀ। ਹਾਂ, ਹੁਣ ਗੱਲ ਕੀ ਹੈ ਤੱਤ ਦੀ? ਤੱਤ ਦੀ ਗੱਲ ਇਹ ਹੈ ਕਿ ਦੋਵਾਂ ਨੂੰ ਹੀ ਬਰਾਬਰ ਹੀ ਵਾਹਿਗੁਰੂ ਦਾ, ਪਰਮਾਤਮਾ ਦਾ ਨਾਮ ਜਪਣ ਦਾ ਹੱਕ ਹੈ। ਦੋਵਾਂ ਨੂੰ ਹੀ ਬਰਾਬਰ ਸਿਫਤ ਸਲਾਹ ਕਰਨ ਦਾ ਹੱਕ ਹੈ। ਜਿਤ ਮੁਖ ਸਦਾ ਸਲਾਹੀ ਹੈ, ਜਿਸ ਮੁਖ ਤੋਂ ਸਦਾ ਹੀ ਸਿਫਤ ਸਲਾਹ ਕੀਤੀ ਜਾਵੇ। ਭਾਗਾਂ ਰਤੀ ਚਾਰ, ਉਹ ਭਾਗਾਂ ਵਾਲੇ ਮੁਖ ਦੇ ਹਨ। ਚਾਰ ਦਾ ਅਰਥ ਆਪਾਂ ਇੱਕ ਦਿਨ ਪਹਿਲਾਂ ਵੀ ਕੀਤਾ, ਚਾਰ ਦਾ ਅਰਥ ਹੁੰਦਾ ਹੈ ਸੁੰਦਰ। ਗਿਣਤੀ ਦੇ ਚਾਰ ਨਹੀਂ, ਗਿਣਤੀ ਦੇ ਚਾਰ ਵੀ ਅਰਥ ਹੋਏਗਾ, ਉਹ ਪ੍ਰਕਰਨ ਮੁਤਾਬਕ ਹੁੰਦਾ ਹੈ, ਪਰ ਜ਼ਿਆਦਾਤਰ ਇਹਦਾ ਅਰਥ ਆਵੇਗਾ ਸੁੰਦਰ ਗਾਵੇ ਕੋ ਗੁਣ ਵਡਿਆਈਆਂ ਚਾਰ। ਜਿਵੇਂ ਕੋਈ ਬਹੁਤ ਵਧੀਆ ਕੰਮ ਕਰੇ, ਉਹਨੂੰ ਕਹਿੰਦੇ ਤੂੰ ਤੇ ਚਾਰ ਚੰਨ ਲਗਾਤੇ, ਇਟ ਮੀਨਸ ਕਿ ਬਹੁਤ ਵਧੀਆ ਕਰ ਦਿੱਤਾ ਇਸ ਗੱਲ ਨੂੰ। ਭਾਗਾਂ ਰਤੀ ਚਾਰ, ਉਹ ਸੋਹਣੇ ਭਾਗਾਂ ਵਾਲੇ ਹਨ ਜਿਹੜੇ ਮੁਖ ਨਾਮ ਜਪਦੇ ਹੈ, ਚਾਹੇ ਉਹ ਇਸਤਰੀ ਦਾ ਮੁਖ ਹੈ, ਚਾਹੇ ਮੁਖ ਮਨੁੱਖ ਦਾ, ਪੁਰਸ਼ ਦਾ ਮੁਖ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਹੇ ਨਾਨਕ, ਮਾਲਕ ਜੀ ਦੇ ਦਰਬਾਰ ਦੇ ਵਿੱਚ ਉਹ ਉਜਲੇ ਮੁਖ ਹੁੰਦੇ ਹਨ, ਚਾਹੇ ਔਰਤ ਦਾ ਜਾਮਾ ਸੀ, ਚਾਹੇ ਪੁਰਸ਼ ਦਾ ਜਾਮਾ ਸੀ, ਇਹਦੇ ਨਾਲ ਨਹੀਂ ਫਰਕ ਪੈਂਦਾ। ਈਵਨ ਗੁਰੂ ਸਾਹਿਬ ਨੇ ਆਪ ਵੀ ਜਦੋਂ ਬਾਣੀ ਉਚਾਰੀ, ਆਪਣੇ ਆਪ ਨੂੰ ਬਹੁਤੀ ਥਾਂ ਇਸਤਰੀ ਰੂਪ ਰੱਖ ਕੇ ਹੀ ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ। ਤਾਂ ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਅਸਲ ਹੈ ਵੀ ਜਿਹੜਾ ਸਿਫਤ ਸਲਾਹ ਕਰਦਾ ਹੈ ਉਹ ਆਪਣੇ ਜਨਮ ਨੂੰ ਸਫਲਾ ਕਰ ਜਾਂਦਾ ਹੈ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋਚਣ ਕੱਢੀਐ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਜਾ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰ ਬਹੰਡੀਐ। ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ। ਮੂਰਖ ਹੈ ਨਾਲ ਨਾ ਲੁੱਜੀਐ, ਮੂਰਖ ਹੈ ਨਾਲ ਨਾ ਲੁੱਜੀਐ। ਹੁਣ ਗੁਰੂ ਸਾਹਿਬ ਜੀ 19 ਨੰਬਰ ਪੌੜੀ 'ਚ ਸਮਝਾ ਰਹੇ ਹਨ, ਸਭ ਕੋ ਆਖੈ ਆਪਣਾ। ਹਰ ਕੋਈ ਆਪਣੇ ਆਪਣਤ ਦੀ ਹੀ ਗੱਲ ਕਰਦਾ ਹੈ। ਜਿਸ ਨਾਹੀ ਸੋ ਚੁਣ ਕੱਢੀ ਹੈ, ਜਿਹਦੇ ਅੰਦਰ ਇਹ ਆਪਣਤ ਵਾਲੀ ਗੱਲ ਨੂੰ ਚੁਣ ਕੇ ਕੱਢੋ। ਹੈ ਕੋਈ ਇਦਾਂ ਦਾ? ਭਾਵ ਨਹੀਂ ਤੁਹਾਨੂੰ ਮਿਲੇਗਾ ਕੋਈ ਇਦਾਂ ਦਾ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀ ਹੈ। ਚਾਹੇ ਇਸਤਰੀ ਦਾ ਜਾਮਾ, ਚਾਹੇ ਪੁਰਸ਼ ਦਾ ਜਾਮਾ, ਆਪਣੇ ਆਪਣੇ ਕੀਤੇ ਮੁਤਾਬਕ ਹੀ ਮਨੁੱਖ ਨੂੰ ਫਲ ਮਿਲਦਾ ਹੈ। ਜਾਂ ਰਹਿਣਾ ਨਹੀਂ ਆਇਤ ਜਗ, ਤਾਂ ਕਾਇਤ ਗਾਰ ਹੰਢੀ ਹੈ। ਜਦੋਂ ਇਸ ਸੰਸਾਰ 'ਚ ਆਪਾਂ ਰਹਿਣਾ ਹੀ ਨਹੀਂ ਤਾਂ ਹੰਕਾਰ ਦੇ ਵਿੱਚ ਕਿਉਂ ਹੰਢਦੇ ਫਿਰੀਏ? ਭਾਵ ਹੰਕਾਰ ਤੋਂ ਬਚੋ। ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ। ਅੱਖਰ ਗਿਆਨ ਪ੍ਰਾਪਤ ਕਰਕੇ ਸਮਝੋ, ਕਿਸੇ ਨੂੰ ਮਾੜਾ ਨਾ ਕਹੋ। ਮੂਰਖ ਹੈ ਨਾਲ ਨਾ ਲੁੰਝੀ ਹੈ। ਕੁਝ ਲੋਕ ਮੂਰਖ ਹੁੰਦੇ ਆ, ਨਹੀਂ ਸਮਝ